ਇਹ ਪੰਜਾਬੀ ਰੇਡੀਓ USA ਹੈ। ਪਰ ਦੋਸਤੋ, ਮੈਂ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਹਾਜ਼ਰ ਹੋ ਰਿਹਾ ਸਾਡਾ ਹਫ਼ਤਾਵਾਰੀ ਪ੍ਰੋਗਰਾਮ ਲੈ ਕੇ ਸਾਂਝੀ ਸੱਥ। ਚੰਡੀਗੜ੍ਹ ਸਟੂਡੀਓ ਮੂੰਹ 'ਚ ਚੜ੍ਹਿਆ ਹੋਇਆ। ਅੱਜ ਮੈਂ ਚੰਡੀਗੜ੍ਹ ਸਟੂਡੀਓ 'ਚ ਨਹੀਂ, ਮੁੱਲਾਂਪੁਰ ਦਾਖਾ ਕਾਲਜ ਹੈ ਲੁਧਿਆਣੇ ਦੇ ਨਾਲ, ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ, ਜਿੱਥੇ ਅੱਜ ਕਲਚਰ 'ਤੇ ਇੱਕ ਸੈਮੀਨਾਰ ਸੀ ਕੇਂਦਰੀ ਪੰਜਾਬੀ ਲੇਖ ਸਭਾ ਵੱਲੋਂ। ਉਸ ਸੈਮੀਨਾਰ ਦੀ ਜਿਹੜੀ ਉਦਘਾਟਨੀ ਸੈਸ਼ਨ, ਉਹਦੀ ਪ੍ਰਧਾਨਗੀ ਵਾਸਤੇ ਅਸੀਂ ਬੇਨਤੀ ਕੀਤੀ ਸੀ ਅਮਰਜੀਤ ਗਰੇਵਾਲ ਹੋਰਾਂ ਨੂੰ। ਪੰਜਾਬੀ ਦੇ ਵੱਡੇ ਚਿੰਤਕ ਨੇ, ਵਿਦਵਾਨ ਨੇ। ਸੋ ਅੱਜ ਫਿਰ ਉਹ ਸਾਡੇ ਲਈ ਵੀ ਸਾਡੇ ਕੋਲ ਪਹੁੰਚੇ ਤਾਂ ਸਾਡੇ ਲਈ ਵੀ ਮੈਨੂੰ ਲੱਗਦਾ ਸੀ ਕਿ ਪੰਜਾਬੀ ਰੇਡੀਓ USA ਦੇ ਸਾਂਝੀ ਸੱਥ ਵਿੱਚ ਵੀ ਉਹਨਾਂ ਨਾਲ ਕੁਝ ਸਵਾਲ ਜਵਾਬ ਆਪਾਂ ਕਰ ਲਈਏ। ਸੋ ਮੈਂ ਇੱਕ ਮੌਕੇ ਦਾ ਲਾਭ ਲੈਂਦਿਆਂ ਅਮਰਜੀਤ ਗਰੇਵਾਲ ਹੋਰਾਂ ਨੂੰ ਕਿਹਾ ਕਿ ਤੁਸੀਂ ਸਾਡੇ ਲਈ ਕੁਝ ਵਕਤ ਕੱਢੋ, ਕਿਉਂਕਿ ਜਿਹੜੇ ਮਸਲੇ ਨੇ ਜਿਹੜੇ ਅੱਜ ਵੀ ਵਿਚਾਰੇ ਗਏ ਨੇ ਇੱਥੇ, ਅਤੇ ਉਂਝ ਵੀ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਮਸਲੇ ਜਿਹੜੇ ਚਰਚਾ 'ਚ ਹੈ, ਰੋਜ਼ ਨਵੇਂ ਮਸਲੇ ਵੀ ਪੈਦਾ ਹੁੰਦੇ ਆ। ਕਦੇ ਅਸੀਂ ਜ਼ਿਕਰ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਹੋ ਰਹੀਆਂ, ਕਦੇ ਡਰੱਗ ਦਾ ਜ਼ਿਕਰ ਕਰਦੇ ਹਾਂ, ਫਿਰ ਅਸੀਂ ਜ਼ਿਕਰ ਕਰਦੇ ਹਾਂ ਕਿ ਪੰਜਾਬ ਦੀ ਜਵਾਨੀ ਜਿਹੜੀ ਹੈ ਉਹ ਬਾਹਰ ਜਾ ਰਹੀ ਹੈ। ਸੋ ਰੋਜ਼ ਨਵੇਂ ਮਸਲੇ ਵੀ ਆਉਂਦੇ ਨੇ, ਪਿਛਲੀਆਂ ਗੱਲਾਂ ਅਸੀਂ ਭੁੱਲਦੇ ਜਾਂਦੇ ਹਾਂ। ਨਵੇਂ ਮਸਲਿਆਂ ਨੂੰ ਕਿੱਦਾਂ ਮੁਖਾਤਬ ਹੋਣਾ, ਉਹਦੀ ਜਾਂਚ ਸ਼ਾਇਦ ਸਾਡੇ ਕੋਲ ਹਾਲੇ ਨਹੀਂ ਹੈ। ਸੋ ਇਸੇ ਕਹਿ ਲਓ ਵੀ ਘੇਰੇ 'ਚ ਰਹਿੰਦਿਆਂ ਪੰਜਾਬ ਨੂੰ ਹੋ ਕੀ ਗਿਆ, ਸਾਡਾ ਪਹਿਲਾ ਸਵਾਲ ਅਮਰਜੀਤ ਗਰੇਵਾਲ ਹੋਰਾਂ ਨੂੰ ਇਹੀ ਹੋਣਾ। ਪਰ ਪਹਿਲਾਂ ਆਪਾਂ ਸਵਾਗਤ ਕਰੀਏ ਅਮਰਜੀਤ ਗਰੇਵਾਲ ਜੀ, ਤੁਹਾਡਾ ਪੰਜਾਬੀ ਰੇਡੀਓ USA 'ਤੇ ਬਹੁਤ ਬਹੁਤ ਸਵਾਗਤ ਹੈ। ਸੁਸ਼ੀਲ ਜੀ, ਜਿਹੜਾ ਤੁਸੀਂ ਸਵਾਲ ਕੀਤਾ ਕਿ ਪੰਜਾਬ ਨੂੰ ਕੀ ਹੋ ਗਿਆ, ਦੇਖਿਆ ਜਾਵੇ ਤਾਂ ਇਕੱਲੇ ਪੰਜਾਬ ਨੂੰ ਨਹੀਂ, ਸਮੁੱਚੇ ਸੰਸਾਰ ਨੂੰ ਹੀ ਕੁਝ ਹੋ ਗਿਆ ਲੱਗਦਾ। ਸੰਸਾਰ ਇਸ ਵੇਲੇ ਇੱਕ ਬਹੁਤ ਹੀ ਜ਼ਬਰਦਸਤ ਕ੍ਰਾਈਸਿਸ ਦੇ ਵਿੱਚੋਂ ਲੰਘ ਰਿਹਾ। ਸੋ ਜੇ ਸਾਰਾ ਸੰਸਾਰ 2008 ਤੋਂ ਬਾਅਦ ਇੱਕ ਕ੍ਰਾਈਸਿਸ ਨੂੰ ਫੇਸ ਕਰ ਰਿਹਾ, ਤਾਂ ਪੰਜਾਬ ਦੇ ਉੱਪਰ ਵੀ ਕ੍ਰਾਈਸਿਸ ਆਉਣਾ ਇੱਕ ਲਾਜ਼ਮੀ ਗੱਲ ਸੀ। ਜਦੋਂ ਅਸੀਂ ਪੰਜਾਬ ਦੇ ਕ੍ਰਾਈਸਿਸ ਨੂੰ ਦੇਖਦੇ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਇਸ ਕ੍ਰਾਈਸਿਸ ਨੂੰ ਕਿਸਾਨਾਂ ਦੀਆਂ ਆਤਮ ਹੱਤਿਆਵਾਂ ਦੇ ਰੂਪ ਵਿੱਚ ਦੇਖਣਾ ਸ਼ੁਰੂ ਕੀਤਾ। ਅਸੀਂ ਆਤਮ ਹੱਤਿਆ ਦੇ ਕਾਰਨਾਂ ਨੂੰ, ਉਸ ਨੂੰ ਕਿਸ ਤਰ੍ਹਾਂ ਨਾਲ ਉਹਦਾ ਸਮਾਧਾਨ ਹੋ ਸਕਦਾ, ਇਹ ਸੋਚ ਹੀ ਰਹੇ ਸੀ ਕਿ ਜਦ ਤੱਕ ਨੌਜਵਾਨ ਬੱਚਿਆਂ ਦੀ ਨਸ਼ਿਆਂ ਦੀ ਸਮੱਸਿਆ ਸਾਹਮਣੇ ਆ ਗਈ। ਇਸ ਨੇ ਸਾਰੀ ਜਿਹੜੀ ਪੰਜਾਬ ਦੀ ਯੂਥ ਸੀ ਉਹਨੂੰ ਨਸ਼ਿਆਂ ਦੇ ਚੱਕਰ ਦੇ ਵਿੱਚ ਫਸਾ ਦਿੱਤਾ, ਉਸ ਨੂੰ ਬਰਬਾਦ ਕਰ ਦਿੱਤਾ। ਇਹਦੇ ਉੱਤੇ ਬਹੁਤ ਲੋਕਾਂ ਨੇ ਬਹੁਤ ਵਿਚਾਰ ਚਰਚਾ ਕੀਤੀ। ਲੋਕਾਂ ਨੇ ਹੱਥਾਂ ਦੇ ਵਿੱਚ ਧਾਰਮਿਕ ਪੁਸਤਕਾਂ ਫੜ ਕੇ ਸੌਹਾਂ ਵੀ ਖਾਧੀਆਂ, ਪਰ ਇਹਦਾ ਕੋਈ ਇਲਾਜ ਨਾ ਲੱਭਿਆ। ਇਹ ਗੱਲ ਚੱਲ ਹੀ ਰਹੀ ਸੀ ਕਿ ਜਿਹੜੇ ਪੰਜਾਬੀ ਬੱਚੇ ਨੇ, ਯੂਥ ਆ ਜਿਹੜੀ, ਜਿਨ੍ਹਾਂ ਨੇ ਪੰਜਾਬ ਦਾ ਮਾਣ ਬਣਨਾ ਸੀ, ਉਹ ਸਾਰੇ ਦੇ ਸਾਰੇ ਵਿਦੇਸ਼ਾਂ 'ਚ ਜਾਣੇ ਸ਼ੁਰੂ ਹੋ ਗਏ, ਜਿਹਨੂੰ ਅਸੀਂ ਬ੍ਰੇਨ ਡਰੇਨ ਦੇ ਰੂਪ ਵਿੱਚ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕੀਤੀ। ਚਲੋ, ਬ੍ਰੇਨ ਡਰੇਨ ਦਾ ਚੱਲ ਹੀ ਰਿਹਾ ਸੀ ਕਿ ਬ੍ਰੇਨ ਡਰੇਨ ਨੂੰ ਕਿਵੇਂ ਬ੍ਰੇਨ ਸਰਕੂਲੇਸ਼ਨ ਦੇ ਵਿੱਚ ਤਬਦੀਲ ਕੀਤਾ ਜਾਵੇ, ਕਿ ਜਿਹੜੇ ਵਾਤਾਵਰਨ ਦੇ ਗਿਰਾਵਟ ਕਾਰਨ ਜਾਂ ਰਿਸੋਰਸਿਸ ਦੀ ਡਿਪਲੀਸ਼ਨ ਕਾਰਨ ਜਿਹੜੇ ਪੰਜਾਬ ਦੇ ਵਿੱਚ, ਮਾਲਵੇ ਦੇ ਵਿੱਚ ਖਾਸ ਤੌਰ 'ਤੇ ਬਹੁਤ ਹੀ ਭਿਆਨਕ ਬਿਮਾਰੀਆਂ ਦੇ ਵਿੱਚ ਵਾਧਾ ਹੋਇਆ ਅਤੇ ਲੋਕਾਂ ਦੀਆਂ ਮੌਤਾਂ ਹੋਈਆਂ, ਉਹਨੇ ਲੋਕਾਂ ਦੀ ਅਟੈਂਸ਼ਨ ਖਿੱਚੀ। ਸੋ ਇਹ ਮਸਲੇ ਕੰਟੀਨਿਊਸਲੀ ਨਵੇਂ ਤੋਂ ਨਵੇਂ ਮਸਲੇ ਆਈ ਜਾ ਰਹੇ ਨੇ। ਗਰੇਵਾਲ ਸਾਹਿਬ, ਤੁਸੀਂ ਬਿਲਕੁਲ ਦੁਰਸਤ ਕਿਹਾ ਕਿ ਨਵੇਂ ਤੋਂ ਨਵੇਂ ਮਸਲੇ ਸਾਡੇ ਸਾਹਮਣੇ ਆ ਰਹੇ ਆ, ਪਰ ਇਹਨਾਂ ਦੀ ਸਾਂਝੀ ਤੰਦ ਤੁਸੀਂ ਕੀ ਸਮਝਦੇ ਹੋ ਵੀ ਇਹਦੇ ਲਈ ਜ਼ਿੰਮੇਵਾਰ ਕਾਰਕ ਜਿਹੜੇ ਕੀ ਨੇ, ਮੁੱਖ ਤੌਰ ਦੇ ਉੱਤੇ ਕਿਹੜੇ ਕਾਰਨ ਨੇ ਜਿਹਦੇ ਕਰਕੇ ਸਾਰਾ ਕੁਝ ਵਾਪਰਦਾ ਦਿਖਾਈ ਦੇ ਰਿਹਾ? ਅਸਲ 'ਚ ਤੁਸੀਂ ਇਹਨਾਂ ਸਾਰਿਆਂ ਨੂੰ ਕਿਵੇਂ ਦੇਖਦੇ ਹੋ? ਸੁਸ਼ੀਲ ਜੀ, ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਕਿ ਇਹ ਜਿਹੜੀਆਂ ਸਾਰੀਆਂ ਪ੍ਰੋਬਲਮਸ ਨੇ, ਇਹ ਜਿਹੜੇ ਸਾਰੇ ਮਸਲੇ ਨੇ, ਇਹ ਦਰਅਸਲ ਮਸਲੇ ਨਹੀਂ ਹੈ, ਇਹ ਸਾਰੇ ਸਿੰਪਟਮਸ ਨੇ ਉਹਨਾਂ ਦੋ ਬਿਮਾਰੀਆਂ ਦੇ, ਜਿਨ੍ਹਾਂ ਨੂੰ ਅਸੀਂ ਐਨਵਾਇਰਨਮੈਂਟਲ ਕ੍ਰਾਈਸਿਸ ਅਤੇ ਬੇਰੁਜ਼ਗਾਰੀ ਦੇ ਨਾਂ ਨਾਲ ਜਾਣਦੇ। ਅਤੇ ਇਹਨਾਂ ਨੂੰ ਅੱਗੇ ਦੇਖਿਆ ਜਾਵੇ ਤਾਂ ਇਹ ਦੋਨੋਂ, ਬੇਰੁਜ਼ਗਾਰੀ ਜਿਹੜੀ ਇਨਇਕੁਐਲਿਟੀ ਆ, ਗਰੀਬ ਅਮੀਰ ਵਿਚਲਾ ਵਾਧਾ ਫਰਕ, ਅਤੇ ਬੇਰੁਜ਼ਗਾਰੀ, ਇਹ ਤਿੰਨੋਂ ਮਸਲੇ ਨੇ ਜਿਹੜੇ, ਇਹ ਇਨਫੈਕਟ ਇਸ ਵੇਲੇ ਇੱਕ ਜਿਹੜਾ ਪੂੰਜੀਵਾਦ ਆ ਜਾਂ ਜਿਹੜਾ ਨਵ ਉਦਾਰਵਾਦ ਆ, ਉਹਦੇ ਕ੍ਰਾਈਸਿਸ ਦੇ ਮਸਲੇ ਨੇ। ਸੋ ਅਗਰ ਅਸੀਂ ਇਹਨਾਂ ਨੂੰ ਹੱਲ ਕਰਨਾ, ਇਹਨਾਂ ਵੱਲ ਦੇਖਣਾ, ਤਾਂ ਸਾਨੂੰ ਅਨਇੰਪਲੋਇਮੈਂਟ ਦਾ ਹੱਲ ਕਰਨਾ ਪਏਗਾ, ਅਤੇ ਦੂਸਰੇ ਪਾਸੇ ਸਾਨੂੰ ਜਿਹੜਾ ਦਿਨੋਂ ਦਿਨ ਗਿਰਾਵਟ ਹੋ ਰਹੀ ਹੈ ਵਾਤਾਵਰਨ ਦੇ ਵਿੱਚ, ਚਾਹੇ ਉਹ ਬੁੱਢੇ ਦਰਿਆ ਦੇ ਬੁੱਢੇ ਨਾਲੇ ਵਿੱਚ ਤਬਦੀਲ ਹੋ ਜਾਣ ਦੇ ਰੂਪ ਵਿੱਚ ਅਸੀਂ ਦੇਖ ਰਹੇ ਹਾਂ, ਅਤੇ ਭਾਵੇਂ ਅਸੀਂ ਕਲਾਈਮੇਟ ਚੇਂਜ ਦੇ ਰੂਪ ਵਿੱਚ ਦੇਖ ਰਹੇ ਹਾਂ, ਜਿਹੜਾ ਕਲਾਈਮੇਟ ਚੇਂਜ ਸਾਡੀ ਐਗਰੀਕਲਚਰ ਨੂੰ, ਸਾਡੀ ਪੈਦਾਵਾਰ ਨੂੰ, ਸਾਡੇ ਸਾਰੇ ਕਾਸੇ ਨੂੰ ਇਫੈਕਟ ਕਰ ਰਿਹਾ। ਸੋ ਇਹ ਜਿਹੜੀਆਂ ਇਹ ਦੋ ਮੁੱਖ ਕਾਰਨ ਨੇ, ਮੈਂ ਸਮਝਦਾ, ਜਿਹੜੇ ਕਿ ਇਹ ਸਾਰੀਆਂ ਅਲਾਮਤਾਂ ਨੂੰ, ਜਿਹਦੀਆਂ ਇਹ ਸਾਰੀਆਂ ਅਲਾਮਤਾਂ ਨੇ।
ਜਿਵੇਂ ਕਿਸੇ ਨੇ ਕਹਾਣੀ ਇੱਕ ਬੜੀ ਆਮ ਪ੍ਰਚਲਿਤ ਆ ਕਿ ਖੂਹ ਦੇ ਵਿੱਚ ਕੋਈ ਕੁੱਤਾ ਗਿਰ ਗਿਆ ਅਤੇ ਲੋਕਾਂ ਨੇ ਉਹਦਾ ਪਾਣੀ ਕੱਢ ਕੇ ਉਹਦੇ ਵਿੱਚੋਂ ਬਦਬੂ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਨੇ ਕਿਹਾ ਕਿ ਤੁਸੀਂ ਉਹ ਮਰਿਆ ਹੋਇਆ ਕੁੱਤਾ ਕੱਢਿਆ ਕਿ ਨਹੀਂ ਕੱਢਿਆ। ਉਹ ਕਹਿੰਦੇ ਉਹ ਤਾਂ ਅਸੀਂ ਕੱਢਿਆ ਨਹੀਂ। ਸੋ ਇਹ ਅਸੀਂ ਜਿਹੜੀਆਂ ਅਲਾਮਤਾਂ ਨੇ, ਚਾਹੇ ਸੁਸਾਈਡਸ ਨੇ, ਚਾਹੇ ਨਸ਼ੇ ਨੇ, ਚਾਹੇ ਅਨਇੰਪਲੋਇਮੈਂਟ ਆ, ਇਹਦੇ ਜਿੰਨੀ ਦੇਰ ਤੱਕ ਅਸੀਂ ਇਹ ਜਿਹੜਾ ਸਾਰੇ ਦਾ ਸਾਰਾ ਇਹਦਾ ਮੂਲ ਆ ਜਿਹੜਾ ਉਹਨੂੰ ਤਬਦੀਲ ਨਹੀਂ ਕਰਾਂਗੇ, ਉਨੀ ਦੇਰ ਤੱਕ ਇੱਕ ਜਾਂ ਦੂਸਰੀ ਜਿਹੜੀ ਅਲਾਮਤ ਆ ਉਹ ਸਾਡੇ ਸਾਹਮਣੇ ਆਉਂਦੀਆਂ ਰਹਿਣਗੀਆਂ। ਅਗਰਵਾਲ ਸਾਹਿਬ, ਤੁਸੀਂ ਬਿਲਕੁਲ ਦਰੁਸਤ ਗੱਲਾਂ ਕਰ ਰਹੇ ਹੋ, ਪਰ ਮੈਂ ਸਮਝਦਾ ਕਿ ਜਿਹੜੀ ਸਾਡਾ ਰਾਜਸੀ ਭ੍ਰਿਸ਼ਟਾਚਾਰ ਹੈ ਜਾਂ ਇਹਦੇ ਪਿੱਛੇ ਜਿਹੜੇ ਰਾਜਸੀ ਕਾਰਨ ਹੈ, ਜਿਹਦਾ ਤੁਸੀਂ ਥੋੜ੍ਹਾ ਜਿਹਾ ਸੰਕੇਤ ਦਿੱਤਾ ਵੈਸੇ ਵੀ ਲੋਕਾਂ ਨੇ ਧਾਰਮਿਕ ਗ੍ਰੰਥ ਵੀ ਹੱਥਾਂ 'ਚ ਚੁੱਕ ਕੇ ਸੌਹਾਂ ਵੀ ਖਾਧੀਆਂ ਤਾਂ ਵੀ ਇਹ ਮਸਲੇ ਹੱਲ ਨਹੀਂ ਹੋ ਪਾ ਰਹੇ। ਉਸ ਤੋਂ ਪਹਿਲਾਂ ਵੀ ਜਿਹੜੇ ਲੋਕ ਇੱਥੇ ਰਹੇ ਨੇ ਹਕੂਮਤ ਦੇ ਵਿੱਚ, ਜਾਂ ਉਸ ਤੋਂ ਵੀ ਪਹਿਲਾਂ, ਕਿਉਂਕਿ ਇਹ ਕੋਈ ਇੱਕ ਦਿਨ ਦਾ ਮਸਲਾ ਤਾਂ ਹੈ ਨਹੀਂ, ਇਹਦੀਆਂ ਜੜ੍ਹਾਂ ਕਾਫੀ ਡੂੰਘੀਆਂ। ਸੋ ਜਿਹੜੀ ਲੋਕਾਂ ਵੱਲ ਪਿੱਠ ਕਰਕੇ ਖੜੀ ਹੋਈ ਭਾਰਤ ਦੀ ਸਿਆਸਤ ਹੈ, ਖਾਸ ਤੌਰ 'ਤੇ ਪੰਜਾਬ ਦੀ ਸਿਆਸਤ ਹੈ, ਉਹਨੂੰ ਇਹਦੇ ਲਈ ਤੁਸੀਂ ਕਿੰਨਾ ਕੁ ਜ਼ਿੰਮੇਵਾਰ ਸਮਝਦੇ ਹੋ? ਸੁਸ਼ੀਲ ਜੀ, ਮੈਂ ਬਿਲਕੁਲ ਉਹਨਾਂ ਨੂੰ ਇਹਦੇ ਲਈ ਬਲੇਮ ਨਹੀਂ ਕਰਾਂਗਾ, ਕਿਉਂਕਿ ਉਹ ਤਾਂ ਲੋਕ ਉਹ ਨੇ ਜਿਹੜੇ ਪ੍ਰੋਬਲਮ ਕ੍ਰੀਏਟ ਕਰਨ ਵਾਲੇ ਨੇ। ਉਹਨਾਂ ਤੋਂ ਅਸੀਂ ਪ੍ਰੋਬਲਮ ਦੇ ਹੱਲ ਭਾਲੀਏ ਤਾਂ ਇਹ ਬਹੁਤੀ ਗੱਲ ਮੈਨੂੰ ਠੀਕ ਨਹੀਂ ਲੱਗਦੀ। ਸੋ ਇਹ ਜਿਹੜੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ, ਇਹ ਇਸ ਕ੍ਰਾਈਸਿਸ ਦੇ ਵਿੱਚ, ਇਸ ਕ੍ਰਾਈਸਿਸ ਦੀ ਕ੍ਰੀਏਸ਼ਨ ਦੇ ਵਿੱਚ ਭਾਈਵਾਲ ਨੇ। ਸੋ ਇਹਨਾਂ ਤੋਂ ਨਹੀਂ, ਇਹ ਤਾਂ ਕੁਛ ਲੋਕਾਂ ਤੋਂ, ਨਵੀਂ ਸੋਚ ਵਾਲੇ ਲੋਕਾਂ ਤੋਂ ਹੀ ਕੋਈ ਆਸ ਰੱਖੀ ਜਾ ਸਕਦੀ। ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਸਿਪਟਮਸ ਦਾ ਤੁਸੀਂ ਜ਼ਿਕਰ ਕਰ ਰਹੇ ਸੀ, ਉਹਦੀ ਕ੍ਰੀਏਸ਼ਨ ਹੀ ਇਹਨਾਂ ਲੋਕਾਂ ਨੇ ਕੀਤੀ, ਇਸ ਕਰਕੇ ਆਪਾਂ ਨੂੰ ਇਹਨਾਂ ਤੋਂ ਕੋਈ ਉਮੀਦ ਨਹੀਂ ਕਰਨੀ ਚਾਹੀਦੀ। ਯਾਨੀ ਸਰਕਾਰ ਕਹਿਣ ਨੂੰ ਸਰਕਾਰ ਹੈ, ਸਰਕਾਰ ਨਹੀਂ ਹੈ। ਸਰਕਾਰ ਜੇ ਹੁੰਦੀ ਤਾਂ ਸ਼ਾਇਦ ਇਹ ਸਾਰਾ ਕੁਝ ਨਾ ਵਾਪਰਦਾ। ਹੁਣ ਮਸਲਾ ਇਹ ਹੈ ਕਿ ਜਿਹੜੇ ਚੈਲੰਜਸ ਨੇ, ਜਿਹੜੇ ਅਸੀਂ ਲੋਕਾਂ ਤੋਂ ਉਮੀਦ ਕਰ ਰਹੇ ਹਾਂ, ਲੋਕ ਕਿਸ ਰੂਪ ਦੇ ਵਿੱਚ ਇਹਨਾਂ ਚੈਲੰਜਸ ਨੂੰ ਕਬੂਲ ਕਰ ਸਕਦੇ ਆ? ਕਿਉਂਕਿ ਲੋਕਾਂ ਦੇ ਵਿੱਚ ਵੀ ਅਲਟੀਮੇਟਲੀ ਤਾਂ ਪੋਲੀਟਿਕਸ ਜਿਹੜੀ ਹੈ ਉਹਦੇ ਨਾਲ ਵੀ ਇਨਵੋਲਵਮੈਂਟ ਬਹੁਤ ਸਾਰੇ ਲੋਕਾਂ ਦੀ ਹੁੰਦੀ ਆ, ਧੜੇਬਾਜ਼ੀਆਂ ਵੀ ਬੜੀਆਂ ਨੇ। ਇੱਕ ਲਹਿਰ ਕਿਵੇਂ ਬਣ ਸਕਦੀ ਹੈ? ਲੋਕ ਕੀ ਕਰਨ, ਕਿੱਧਰ ਨੂੰ ਜਾਣ? ਕਿਉਂਕਿ ਲੋਕਾਂ ਨੂੰ ਕਈ ਵਾਰੀ ਇੱਕ ਰੌਸ਼ਨੀ ਦਿਖਾਈ ਵੀ ਦਿੰਦੀ ਹੈ ਅਤੇ ਲੋਕ ਉਹਦੇ ਮਗਰ ਵੀ ਲੱਗਦੇ ਆ। ਬਾਅਦ ਵਿੱਚ ਪਤਾ ਲੱਗਦਾ ਹੈ ਕਿ ਉਹ ਤਾਂ ਜਿਹੜੇ ਪਹਿਲੇ ਹਨੇਰੇ ਆ ਉਹਨਾਂ ਤੋਂ ਵੀ ਜ਼ਿਆਦਾ ਖਤਰਨਾਕ ਹਨੇਰਾ ਸੀ। ਸੋ ਕਿੱਥੇ ਜਾਣ ਲੋਕ? ਸੁਸ਼ੀਲ ਜੀ, ਦੇਖਿਆ ਜਾਵੇ ਤਾਂ ਜਿਹੜਾ ਇਹ ਕਿਸੇ ਇੱਕ ਸਟੇਟ ਦਾ, ਇੱਕ ਸੂਬੇ ਦਾ ਜਾਂ ਕਿਸੇ ਪੋਲੀਟੀਕਲ ਪਾਰਟੀ ਦਾ ਕ੍ਰਾਈਸਿਸ ਨਹੀਂ, ਇਹ ਐਜ਼ ਸੱਚ ਪੂੰਜੀਵਾਦ ਦਾ ਕ੍ਰਾਈਸਿਸ ਆ ਕਿ ਪੂੰਜੀਵਾਦ ਦੇ ਵਿੱਚ ਉਹ ਸਮਰੱਥਾ ਹੀ ਨਹੀਂ ਰਹੀ ਕਿ ਇਹਨਾਂ ਸਮੱਸਿਆਵਾਂ ਨੂੰ ਉਹ ਹੱਲ ਕਰ ਸਕੇ। ਦੇਖਿਆ ਜਾਵੇ ਤਾਂ ਪੂੰਜੀਵਾਦ ਇੱਕ ਬਹੁਤ ਹੀ ਸਟਰੋਂਗ ਆਈਡੀਓਲੋਜੀ ਜਾਂ ਮੋਡ ਆਫ ਪ੍ਰੋਡਕਸ਼ਨ ਸੀ, ਔਰ ਉਹਦੀ ਸਭ ਤੋਂ ਵੱਡੀ ਸਟਰੈਂਥ ਇਸ ਗੱਲ ਦੇ ਵਿੱਚ ਸੀਗੀ ਕਿ ਉਹ ਹਰ ਕਿਸਮ ਦੀ ਟੈਕਨੋਲੋਜੀ ਨੂੰ, ਹਰ ਕਿਸਮ ਦੀ ਸੋਚ ਨੂੰ ਅਡਾਪਟ ਕਰਨ ਦੀ ਸਮਰੱਥਾ ਰੱਖਦਾ ਸੀ। ਜਿੰਨੇ ਵੀ ਉਹਨੂੰ ਚੈਲੰਜਸ ਆਏ ਪੂੰਜੀਵਾਦ ਨੂੰ, ਉਹਨੇ ਉਹਨਾਂ ਨੂੰ ਅਡੈਪਟ ਕਰਕੇ, ਆਪਣੇ ਆਪ ਨੂੰ ਮੋਲਡ ਕਰਕੇ, ਉਹਦੇ ਅਕੋਰਡਿੰਗਲੀ ਢਲ ਕੇ ਦੁਨੀਆ ਦੀ ਲੁੱਟ ਖਸੁੱਟ ਕੀਤੀ। ਪਰ ਹੁਣ ਸਿਚੁਏਸ਼ਨ ਇੱਕ ਐਸੀ ਆ ਚੁੱਕੀ ਆ, ਇੱਕ ਐਸੀ ਟੈਕਨੋਲੋਜੀਜ਼ ਆ ਰਹੀਆਂ ਨੇ, ਐਸਾ ਮੋਡ ਆਫ ਪ੍ਰੋਡਕਸ਼ਨ ਆ ਰਿਹਾ, ਐਸੀਆਂ ਸੋਚ ਆ ਰਹੀ ਆ, ਐਸੀ ਟੈਕਨੋਲੋਜੀ ਆ ਰਹੀ ਆ, ਐਸੀ ਨੈਟਵਰਕਿੰਗ ਆ ਰਹੀ ਆ ਕਿ ਜਿਹਨੂੰ ਪੂੰਜੀਵਾਦ ਅਡੋਪਟ ਨਹੀਂ ਕਰੇਗਾ, ਅਡੋਪਟ ਕਰ ਨਹੀਂ ਸਕੇਗਾ। ਸਗੋਂ ਉਹ ਜਿਹੜੀਆਂ ਨਵੀਆਂ ਚੀਜ਼ਾਂ ਆ ਰਹੀਆਂ ਉਹ ਇਹਦੇ ਲਈ ਚੈਲੰਜ ਬਣ ਰਹੀਆਂ ਨੇ ਸਾਡੇ ਸਾਹਮਣੇ। ਇਸ ਕਰਕੇ ਜਿਹੜਾ ਤੁਸੀਂ ਸਵਾਲ ਪੁੱਛਿਆ, ਦੋ ਰਸਤੇ ਨੇ। ਇੱਕ ਤਾਂ ਇਹ ਰਸਤਾ ਕਿ ਅਸੀਂ ਪੂੰਜੀਵਾਦ ਦੇ ਰਾਹੀਂ ਇਹਦੇ ਹੱਲ ਢੂੰਡਦੇ ਥੱਕ ਜਾਈਏ ਜਾਂ ਮਤਲਬ ਆਪਣੇ ਆਪ ਨੂੰ ਬਰਬਾਦ ਕਰ ਲਈਏ। ਦੂਸਰਾ ਇਹ ਆ ਕਿ ਅਸੀਂ ਨਵੀਆਂ ਟੈਕਨੋਲੋਜੀਜ਼ ਨੂੰ ਧਿਆਨ 'ਚ ਰੱਖਦੇ ਹੋਏ, ਨਵੀਂ ਸੋਚ ਨੂੰ ਧਿਆਨ 'ਚ ਰੱਖਦੇ ਹੋਏ, ਯੂਥ ਦੀ ਇਨੋਵੇਟਿਵ ਅਤੇ ਕ੍ਰੀਏਟਿਵ ਸਕਿੱਲਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਕੋਈ ਨਵੇਂ ਰਾਹਾਂ ਦੀ ਤਲਾਸ਼ ਕਰੀਏ, ਮਿਲ ਬੈਠੀਏ, ਕੋਈ ਇਸ ਤਰ੍ਹਾਂ ਦੀ ਸੋਚ ਵਿਚਾਰ ਕਰੀਏ ਜਿਹੜੀ ਸੋਚ ਵਿਚਾਰ ਪੰਜਾਬ ਨੂੰ ਦੁਨੀਆ ਦਾ ਇੱਕ ਲੈਬ ਦੇ ਰੂਪ ਦੇ ਵਿੱਚ, ਇੱਕ ਲੈਬੋਰਟਰੀ ਦੇ ਰੂਪ ਦੇ ਵਿੱਚ ਕੋਈ ਸਮਾਧਾਨ ਪੇਸ਼ ਕਰਕੇ ਦਿਖਾਵੇ। ਇੱਕ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਸੀ ਉਹਦੇ 'ਚ ਜਿਹੜਾ ਤੁਸੀਂ ਬ੍ਰੇਨ ਡਰੇਨ ਦਾ ਮਸਲਾ ਉਠਾਇਆ, ਵੈਸੇ ਤਾਂ ਕਾਫੀ ਲੰਬੇ ਸਮੇਂ ਤੋਂ ਲੋਕ ਵਿਦੇਸ਼ਾਂ 'ਚ ਜਾਂਦੇ ਰਹਿੰਦੇ। ਪੰਜਾਬੀ 125 ਸਾਲ ਪਹਿਲਾਂ ਤੋਂ ਜਾਣਾ ਸ਼ੁਰੂ ਹੋਇਆ, ਉੱਥੋਂ ਹੀ ਗਦਰ ਮੂਵਮੈਂਟ ਵੀ ਵਾਪਸ ਆਉਂਦੀ ਆ। ਗਦਰ ਮੂਵਮੈਂਟ ਦੇ ਨਾਂ 'ਤੇ ਬਹੁਤ ਸਾਰੇ 8000 ਲੋਕ ਪੰਜਾਬ 'ਚ ਵਾਪਸ ਆ ਜਾਂਦੇ ਆ। ਪਰ ਜਿਹੜਾ ਅੱਜ ਦਾ ਬ੍ਰੇਨ ਡਰੇਨ ਹੈ, ਜਿਸ ਤੇਜ਼ੀ ਦੇ ਨਾਲ ਸਾਡੇ ਬੱਚੇ ਜਾ ਰਹੇ ਨੇ, ਉਹ ਇੱਥੋਂ ਦੇ ਮਾਹੌਲ ਤੋਂ ਨਿਰਾਸ਼ ਹੋ ਕੇ, ਉਹਨਾਂ ਦੇ ਘਰ ਦੇ ਨਿਰਾਸ਼ ਨੇ, ਮਾਂ-ਬਾਪ ਨਿਰਾਸ਼ ਨੇ, ਉਹਨਾਂ ਨੂੰ ਲੱਗਦਾ ਕਿ ਇੱਥੇ ਸਾਡਾ ਭਵਿੱਖ ਸੁਰੱਖਿਅਤ ਨਹੀਂ। ਇਹ ਸਾਰਾ ਪ੍ਰੋਸੈਸ ਜਿਹੜਾ ਚੱਲ ਰਿਹਾ, 3 ਲੱਖ ਦੇ ਕਰੀਬ ਬੱਚਾ ਜਿਹੜਾ ਮੇਰੇ ਖਿਆਲ 1 ਸਾਲ ਦੇ ਵਿੱਚ ਹੀ ਚਲਾ ਗਿਆ ਸਾਡਾ, ਇਸ ਸਾਰੇ ਪ੍ਰੋਸੈਸ ਲਈ ਜ਼ਿੰਮੇਵਾਰ ਵੀ ਕੌਣ ਹੈ? ਅਤੇ ਉਹ ਜੇ ਨਾ ਜਾਣ ਤਾਂ ਫਿਰ ਉਹ ਇੱਥੇ ਕਰਨ ਵੀ ਕੀ? ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ? ਸੁਸ਼ੀਲ ਜੀ, ਜਿਹੜਾ ਇਹ ਵਰਤਾਰਾ ਬ੍ਰੇਨ ਡਰੇਨ ਦੇ ਰੂਪ ਦੇ ਵਿੱਚ ਅਸੀਂ ਦੇਖ ਰਹੇ ਹਾਂ, ਮੈਂ ਇਹਨੂੰ ਕੋਈ ਸਮੱਸਿਆ ਦੇ ਰੂਪ ਵਿੱਚ ਨਹੀਂ ਦੇਖਦਾ, ਮੈਂ ਇਹਨੂੰ ਇੱਕ ਅਪਰਚੁਨਿਟੀ ਦੇ ਰੂਪ ਦੇ ਵਿੱਚ ਦੇਖਦਾ
ਅਸੀਂ ਆਪਣੇ ਬੱਚਿਆਂ ਨੂੰ ਉਹ ਸਕਿੱਲਸ ਨਹੀਂ ਦੇ ਪਾ ਰਹੇ, ਉਹ ਮਾਈਂਡ ਸੈੱਟ ਨਹੀਂ ਦੇ ਪਾ ਰਹੇ, ਉਹ ਵੈਲਿਊ ਸਿਸਟਮ ਨਹੀਂ ਦੇ ਪਾ ਰਹੇ, ਜੋ ਵੈਲਿਊ ਸਿਸਟਮ ਨਵੇਂ ਸੰਸਾਰ ਨੂੰ ਦੇ ਨਾਲ ਉਹਨਾਂ ਬੱਚਿਆਂ ਦਾ ਰਿਲੇਸ਼ਨਸ਼ਿਪ ਬਿਲਡ ਕਰ ਸਕੇ, ਨਵੀਆਂ ਟੈਕਨੋਲੋਜੀਜ਼ ਦੇ ਨਾਲ ਉਹਨਾਂ ਦਾ ਰਿਲੇਸ਼ਨਸ਼ਿਪ ਬਿਲਡ ਕਰ ਸਕੇ। ਇਹ ਚੀਜ਼ਾਂ ਜੇ ਬੱਚੇ ਬਾਹਰ ਜਾ ਕੇ ਸਿੱਖ ਰਹੇ ਨੇ ਤਾਂ ਅੱਜ ਦੇ ਜ਼ਮਾਨੇ ਦੇ ਵਿੱਚ ਉਹ ਇਹ ਸਾਰਾ ਕੁਛ ਜੇ ਇੱਥੇ ਨਾ ਵੀ ਹਿੰਦੁਸਤਾਨ 'ਚ ਆਉਣ ਤਾਂ ਵੀ ਉਹ ਇੱਥੋਂ ਦੀਆਂ ਔਰਗਨਾਈਜੇਸ਼ਨਸ ਨਾਲ, ਰਿਸਰਚ ਔਰਗਨਾਈਜੇਸ਼ਨਸ ਦੇ ਨਾਲ ਭਾਈਵਾਲੀ ਰਾਹੀਂ ਇਹ ਸਾਰਾ ਕੁਝ ਹਿੰਦੁਸਤਾਨ ਨੂੰ ਦੇ ਸਕਦੇ ਨੇ। ਇਸ ਤਰ੍ਹਾਂ ਦਾ ਅੱਜ ਦਾ ਜਿਹੜਾ ਬ੍ਰੇਨ ਡਰੇਨ ਆ, ਉਹਨੂੰ ਬ੍ਰੇਨ ਡਰੇਨ ਦੇ ਰੂਪ ਦੇ ਵਿੱਚ ਨਹੀਂ, ਬ੍ਰੇਨ ਸਰਕੂਲੇਸ਼ਨ ਦੇ ਰੂਪ ਦੇ ਵਿੱਚ ਜਾਂ ਬ੍ਰੇਨ ਗੇਨ ਦੇ ਰੂਪ ਦੇ ਵਿੱਚ ਦੇਖਣ ਦੀ ਜ਼ਰੂਰਤ ਹੈਗੀ ਹੈ। ਇਹ ਗੱਲ ਤੁਸੀਂ ਬਿਲਕੁਲ ਦਰੁਸਤ ਕਹੀ ਹੈ। ਮੇਰੇ ਇੱਕ ਦੋਸਤ ਨੇ ਵੀ ਇੱਕ ਦਿਨ ਇੱਕ ਟਿੱਪਣੀ ਕੀਤੀ ਸੀ ਵੀ ਇਹ ਜਿਹੜੀ ਹਿਜਰਤ, ਜਿਸ ਕਿਸਮ ਦੀ ਅਸੀਂ ਹਿਜਰਤ ਦੇਖ ਰਹੇ ਹਾਂ, ਇਹ ਅਸਲ 'ਚ ਇੱਕ ਵਿਕਾਸ ਦਾ ਅਗਲਾ ਪੜਾਅ ਦੇ ਤੌਰ 'ਤੇ ਵੀ ਤੁਸੀਂ ਦੇਖ ਸਕਦੇ। ਪਰ ਇਹਦੇ ਨਾਲ ਹੀ ਇੱਕ ਸਵਾਲ ਜਿਹੜਾ ਉੱਭਰਦਾ ਪੰਜਾਬ ਦੇ ਹਵਾਲੇ ਨਾਲ, ਪੰਜਾਬ ਦੇ ਵੱਡੇ ਚਿੰਤਕ, 2-4 ਚਿੰਤਕ ਵੀ ਹੈ, ਵੱਡੇ ਸਾਡੇ ਲੇਖਕ ਜਸਵੰਤ ਕਮਲ ਹੋਰਾਂ ਨੇ ਵੀ ਬੜੇ ਫਿਕਰ ਜ਼ਾਹਰ ਕੀਤੇ ਹੈ ਵੀ ਪੰਜਾਬ ਦੇ ਵਿੱਚ ਜਿੱਦਾਂ ਅੰਤਰਰਾਜੀ ਮਜ਼ਦੂਰ ਆਉਂਦੇ ਆ, ਨਫ਼ਰਤ ਨਾਲ ਉਹਨਾਂ ਨੂੰ ਭਈਏ ਕਿਹਾ ਜਾਂਦਾ। ਅਤੇ ਅਸੀਂ ਉਦੋਂ ਤਾਂ ਬੜੇ ਖੁਸ਼ ਹੁੰਦੇ ਹਾਂ ਜਦੋਂ ਮੇਰੇ ਪਿੰਡ ਵਾਲਾ ਉੱਜਲ ਦੋਸਾਂਝ ਉੱਥੇ ਬ੍ਰਿਟਿਸ਼ ਕੋਲੰਬੀਆ ਦਾ ਪ੍ਰੀਮੀਅਰ ਬਣ ਜਾਂਦਾ। ਅਤੇ ਪਰ ਜੇ ਇੱਥੇ ਲੁਧਿਆਣੇ ਦਾ ਕੋਈ MC ਅੰਤਰਰਾਜੀ ਮਜ਼ਦੂਰ ਬਣ ਜਾਵੇ ਤਾਂ ਢਿੱਡ 'ਚ ਪੀੜਾਂ ਹੋਣ ਲੱਗ ਪੈਂਦੀਆਂ। ਅਤੇ ਇਸ ਤਰ੍ਹਾਂ ਦੇ ਖਦਸ਼ੇ ਵੀ ਬੜੇ ਜਸਵੰਤ ਕਮਲ ਹੋਰਾਂ ਨੇ ਵੀ ਜ਼ਾਹਰ ਕੀਤੇ ਆ। ਗੁਰਬਚਨ ਵੀ ਕਈ ਵਾਰੀ ਇੱਦਾਂ ਦੀਆਂ ਗੱਲਾਂ ਕਰਦਾ। ਡਾਕਟਰ ਜਗਤਾਰ ਰਹੇ ਨਹੀਂ, ਉਹਨਾਂ ਨਾਲ ਵੀ ਇੱਕ ਦਿਨ ਗੱਲ ਹੋ ਰਹੀ ਸੀ, ਉਹਨਾਂ ਨੇ ਵੀ ਇੱਦਾਂ ਦੇ ਬਹੁਤ ਖਦਸ਼ੇ ਜ਼ਾਹਰ ਕੀਤੇ ਸੀ ਵੀ ਇੱਥੇ ਦੀ ਕੋਈ ਭਈਆ ਆ ਕੇ ਪੰਜਾਬ ਦਾ ਮੁੱਖ ਮੰਤਰੀ ਬਣ ਜਾਊਗਾ। ਜੇ ਅਸੀਂ ਇੱਦਾਂ ਖੁਸ਼ ਹਾਂ ਕਿ ਇਹ ਬ੍ਰੇਨ ਡਰੇਨ ਦੇ ਬਾਵਜੂਦ ਵੀ ਇਹਨੂੰ ਅਸੀਂ ਵਿਕਾਸ ਸਮਝਦੇ ਹਾਂ, ਫਿਰ ਜੇ ਪੰਜਾਬ ਦੇ ਵਿੱਚ ਕੋਈ ਰੋਜ਼ੀ ਰੋਟੀ ਕਮਾਉਣ ਆ ਰਿਹਾ ਤਾਂ ਅਸੀਂ ਉਹਨੂੰ ਇੱਦਾਂ ਨਫ਼ਰਤ ਨਾਲ ਕਿਉਂ ਦੇਖਦੇ ਹਾਂ? ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ? ਪੰਜਾਬ ਦੀ ਜਿੰਨਾ ਕੁ ਵੀ ਅਸੀਂ ਵਿਕਾਸ ਦੇਖ ਰਹੇ ਹਾਂ, ਜੇ ਪੰਜਾਬ ਅੱਜ ਜੀ ਰਿਹਾ ਤਾਂ ਉਹ ਇਹਨਾਂ ਦੇ ਸਿਰ 'ਤੇ ਜੀ ਰਿਹਾ। ਇਹੀ ਪੰਜਾਬ ਦੇ ਸਹੀ ਪੁੱਤਰ ਨੇ। ਜੇ ਤੁਸੀਂ ਸਕੂਲਾਂ ਨੂੰ ਵਿਜ਼ਿਟ ਕਰੋ, ਸਕੂਲਾਂ ਦੇ ਵਿੱਚ ਜਾਓ, ਤਾਂ ਤੁਹਾਨੂੰ ਜਿਹੜੇ ਪੰਜਾਬੀ ਬੱਚੇ ਨੇ ਉਹ ਤਾਂ ਜਾਂਦੇ ਨੇ ਅੰਗਰੇਜ਼ੀ ਸਕੂਲਾਂ ਦੇ ਵਿੱਚ। ਪਾਤਰ ਸਾਹਿਬ ਦੀ ਨਜ਼ਮ ਵੀ ਹੈਗੀ ਹੈ। ਅਤੇ ਜਿਹੜੇ ਇਹ ਜਿਨ੍ਹਾਂ ਨੂੰ ਅਸੀਂ ਮਾਈਗ੍ਰੇਟਰੀ ਲੇਬਰ ਆ ਜਿਹੜੀ, ਇਹਨਾਂ ਦੇ ਬੱਚੇ ਹੀ ਪੰਜਾਬੀ ਸਿੱਖ ਰਹੇ ਨੇ, ਜਿਸ ਨੂੰ ਅਸੀਂ ਪੰਜਾਬੀ ਟਰਡੀਸ਼ਨ ਆਖਦੇ ਹਾਂ, ਪੰਜਾਬੀ ਪਰੰਪਰਾ ਕਹਿੰਦੇ ਹਾਂ। ਉਹ ਪਰੰਪਰਾ ਸਿਰਫ ਇਹਨਾਂ ਲੋਕਾਂ ਨੇ ਇਸ ਵੇਲੇ ਸਾਂਭੀ ਹੋਈ ਆ। ਅਸੀਂ ਤਾਂ ਉਸ ਤੋਂ ਬਹੁਤ ਦੂਰ ਜਾ ਰਹੇ ਹਾਂ। ਜਿੱਥੋਂ ਤੱਕ ਸਾਡੇ ਜਿਹੜੇ ਲੋਕ ਨੇ, ਸਾਡੇ ਜਿਹੜੇ ਬੱਚੇ ਨੇ, ਉਹ ਵਿਦੇਸ਼ਾਂ 'ਚ ਜਾ ਰਹੇ ਨੇ। ਮੈਂ ਸਮਝਦਾ ਅੱਜ ਦੇ ਟਾਈਮ ਦੇ ਵਿੱਚ ਕੋਈ ਵੀ ਜਿਹੜੀ ਲੋਕੇਸ਼ਨ ਆ, ਕੋਈ ਵੀ ਜਿਹੜੀ ਸਪੇਸ ਆ, ਉਹ ਯੂਨੀਕਲਚਰਲ ਸਪੇਸ ਨਹੀਂ ਹੈ, ਉਹ ਮਲਟੀਕਲਚਰਲ ਸਪੇਸਿਸ ਨੇ ਸਾਰੀਆਂ ਦੀਆਂ ਸਾਰੀਆਂ। ਜਿੱਥੇ ਵੀ ਤੁਸੀਂ ਜਾਓਗੇ ਉੱਥੇ ਤੁਹਾਨੂੰ ਵੰਨ ਸੁਵੰਨੇ ਲੋਕ ਮਿਲਣਗੇ ਅਤੇ ਉਹਨਾਂ ਦੀ ਵੰਨ ਸੁਵੰਨਤਾ ਦੇ ਵਿੱਚੋਂ ਹੀ ਕੋਈ ਨਵੀਂ ਇਨੋਵੇਸ਼ਨ, ਨਵੀਂ ਚੀਜ਼ਾਂ ਉਤਪੰਨ ਹੁੰਦੀਆਂ ਨੇ। ਹਮੇਸ਼ਾ ਜਿਹੜੀ ਵੱਖਰਤਾ ਹੈਗੀ ਆ ਉਹੀ ਨਵੀਨਤਾ ਨੂੰ ਜਨਮ ਦਿੰਦੀ ਆ। ਜੋ ਇੱਕੋ ਤਰ੍ਹਾਂ ਦੀ ਜਿਹੜੀ ਇੰਟਰਬਰੀਡਿੰਗ ਆ ਜਿਹੜੀ, ਉਹ ਕਦੇ ਵੀ ਨਵੀਆਂ ਚੀਜ਼ਾਂ ਨੂੰ ਜਨਮ ਨਹੀਂ ਦਿੰਦੀ। ਇਸ ਕਰਕੇ ਦੇਖਣ ਦੀ ਲੋੜ ਆ ਕਿ ਹਰ ਭਾਈਚਾਰਾ ਇਸ ਵੇਲੇ ਟਰਾਂਸਨੈਸ਼ਨਲ ਭਾਈਚਾਰਾ, ਅਤੇ ਹਰ ਜਿਹੜੀ ਸਪੇਸ ਆ ਉਹ ਇੱਕ ਮਲਟੀਕਲਚਰਲ ਸਪੇਸ ਆ। ਇਹਨੂੰ ਇਸੇ ਰੂਪ ਦੇ ਵਿੱਚ ਦੇਖਣ ਦੀ ਲੋੜ ਹੈ। ਬਹੁਤ ਦਰੁਸਤ ਗੱਲ ਕਹੀ ਤੁਸੀਂ ਇਸ ਸਾਰੇ ਮਸਲੇ ਦੇ ਉੱਤੇ। ਇਹਦੇ ਨਾਲ ਹੀ ਮੈਂ ਇੱਕ ਤੁਹਾਨੂੰ ਸਵਾਲ ਇਹ ਕਰਨਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਜਿਹੜਾ ਚਿੰਤਨ ਹੈ, ਪੰਜਾਬੀ ਚਿੰਤਨ ਜਿਹੜਾ ਹੈ, ਉਹਦੇ 'ਤੇ ਕਈ ਵਾਰੀ ਸ਼ੱਕ ਜਿਹਾ ਜ਼ਾਹਰ ਹੁੰਦਾ ਕਿ ਅੱਜ ਵਕਤ ਦੇ ਹਾਣ ਦਾ ਨਹੀਂ ਆ ਸਾਡਾ ਪੰਜਾਬੀ ਚਿੰਤਨ। ਤੁਸੀਂ ਇੱਕ ਚੰਡੀਗੜ੍ਹ ਦੇ ਸੈਮੀਨਾਰ 'ਚ ਕਿਹਾ ਕਿ ਪੰਜਾਬ ਅੱਜ ਬੌਧਿਕ ਕੰਗਾਲੀ ਦੇ ਦੌਰ 'ਚੋਂ ਲੰਘ ਰਿਹਾ, ਅਤੇ ਤੁਹਾਡੇ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਪਟਿਆਲੇ ਤੋਂ ਗਿਆਨ ਸਿੰਘ ਬੋਲੇ, ਉਹ ਕਹਿੰਦੇ ਬੌਧਿਕ ਕੰਗਾਲੀ ਨਹੀਂ, ਬੌਧਿਕ ਬੇਈਮਾਨੀ ਦਾ ਦੌਰ ਚੱਲ ਰਿਹਾ। ਅਤੇ ਤੁਸੀਂ ਇਹ ਸਾਰੇ ਪ੍ਰੋਸੈਸ 'ਚ ਕੀ ਦੇਖ ਰਹੇ ਹੋ ਵੀ ਸੱਚਮੁੱਚ ਹੀ ਅਸੀਂ ਇੱਕ ਇੱਦਾਂ ਦੇ ਸੰਕਟ 'ਚ ਹਾਂ ਜਿਹਦੇ ਤੋਂ ਸਭ ਤੋਂ ਜ਼ਿਆਦਾ ਉਮੀਦ ਹੈ ਸਾਨੂੰ ਪੰਜਾਬੀ ਚਿੰਤਨ ਤੋਂ ਜਾਂ ਬੁੱਧੀਜੀਵੀ ਵਰਗ ਤੋਂ? ਉਹ ਐਂ ਲੱਗਦਾ ਜਿੱਦਾਂ ਪੈਰਾਲਾਈਜ਼ ਹੋਇਆ ਹੁੰਦਾ ਉਹਨੂੰ। ਤੁਸੀਂ ਕੀ ਸਮਝਦੇ ਹੋ? ਸੁਸ਼ੀਲ ਜੀ, ਅਸਲ 'ਚ ਗੱਲ ਇਹ ਆ ਕਿ ਇਹ ਜਿਹੜਾ ਸਮਾਂ, ਇਹਨੂੰ ਅਸੀਂ ਮੂਰ ਦਾ ਇੱਕ ਲਾ ਹੈਗਾ ਜਿਹਨੂੰ ਅਸੀਂ ਐਕਸਪੋਨੈਂਸ਼ੀਅਲ ਗਰੋਥ ਕਹਿੰਦੇ ਹਾਂ। ਕਿ ਪਹਿਲਾਂ ਜਿਵੇਂ ਤੁਸੀਂ ਇੱਥੋਂ ਚੱਲ ਕੇ ਜਾਣਾ ਹੋਵੇ, 30 ਕਦਮ ਪੁੱਟ ਕੇ ਤੁਸੀਂ ਕਿੰਨੀ ਕੁ ਦੂਰ ਪਹੁੰਚ ਜਾਓਗੇ? 60 ਫੁੱਟ ਪਹੁੰਚ ਜਾਓਗੇ। ਇਹ ਜਿਹੜੀ ਇੱਕ ਲੀਨੀਅਰ ਇਹ ਮੂਵਮੈਂਟ ਆ। ਪਰ ਅੱਜ ਜਿਹਨੂੰ ਅਸੀਂ ਕਹਿੰਦੇ ਆ ਐਕਸਪੋਨੈਂਸ਼ੀਅਲ ਗਰੋਥ, ਉਹਦੇ ਵਿੱਚ ਕੀ ਆ, ਪਹਿਲਾਂ ਤੁਸੀਂ 2 ਫੁੱਟ ਦਾ ਕਦਮ ਪੁੱਟਿਆ, ਦੂਸਰਾ 4 ਦਾ, ਫਿਰ 8 ਦਾ। ਇਸ ਤਰ੍ਹਾਂ ਨਾਲ ਜਦੋਂ ਤੁਸੀਂ ਉਨੇ ਕਦਮ ਪੁੱਟੋਗੇ ਤਾਂ ਹੋ ਸਕਦਾ ਤੁਸੀਂ ਸਾਰੀ ਦੁਨੀਆ ਦੇ ਦੁਆਲੇ ਗੇੜਾ ਕੱਢ ਕੇ ਆ ਜਾਓ। ਕਹਿਣ ਤੋਂ ਮਤਲਬ ਆ ਕਿ ਇਹ ਜਿਹੜੀ ਤਬਦੀਲੀ ਆ ਇੰਨੀ ਤੇਜ਼ ਆ ਕਿ ਇਹਨੂੰ ਫੜਨਾ ਇੱਕ ਆਮ ਆਦਮੀ ਦੀ ਇੱਕ ਵੱਸ ਦੀ ਗੱਲ ਨਹੀਂ ਹੈ।
ਸਾਰੀ ਦੁਨੀਆ ਇੱਕ ਪਾਸੇ ਤਾਂ ਸਾਰੀ ਦੁਨੀਆ ਇੰਟੈਗਰੇਟ ਹੋ ਰਹੀ ਆ, ਸਾਰੀ ਦੁਨੀਆ ਦਾ ਗਿਆਨ ਸਾਂਝਾ ਹੋ ਰਿਹਾ, ਦੂਸਰੇ ਪਾਸੇ ਉਹ ਸਾਰਾ ਕੁਝ ਬਹੁਤ ਤੇਜ਼ੀ ਦੇ ਨਾਲ ਤਬਦੀਲ ਹੋ ਰਿਹਾ। ਜੇ ਅਸੀਂ ਸਪੇਸ ਦੇ ਵਿੱਚ ਚੀਜ਼ਾਂ ਨੂੰ ਫੜਨ ਦੀ ਕੋਸ਼ਿਸ਼ ਕਰਦੇ ਆ ਤਾਂ ਵਕਤ ਦੇ ਹੱਥੋਂ ਨਿਕਲ ਜਾਂਦੀਆਂ, ਜੇ ਵਕਤ 'ਚ ਫੜਨ ਦੀ ਕੋਸ਼ਿਸ਼ ਕਰਦੇ ਆ ਤਾਂ ਉਹਨਾਂ ਦੀ ਡਾਈਵਰਸਿਟੀ ਸਾਡੀਆਂ ਅੱਖਾਂ ਤੋਂ ਪਰੇ ਹੋ ਜਾਂਦੀ ਆ। ਸੋ ਮਤਲਬ ਮੈਂ ਇਹਨੂੰ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸਮਝਦਾ ਕਿ ਇਹ ਬਹੁਤ ਹੀ ਕੋਈ ਐਸੀ ਪੰਜਾਬੀ ਇੰਟਲੈਕਚੁਅਲ ਦੀ ਸਮੱਸਿਆ ਹੈਗੀ ਆ। ਇਹ ਇਸ ਵੇਲੇ ਦੁਨੀਆ ਨੂੰ ਸਮਝਣ ਦੀ ਸਮੱਸਿਆ ਹੈਗੀ, ਜਿਹਦੇ ਲਈ ਨਵੇਂ ਟੂਲਸ ਬਣ ਰਹੇ ਨੇ, ਨਵੀਆਂ ਸਟ੍ਰੈਟਜੀਜ਼ ਇਵੋਲਵ ਹੋ ਰਹੀਆਂ ਨੇ, ਜਿਹੜੀਆਂ ਮੈਂ ਸਮਝਦਾ ਕਿ ਇਸ ਨਵੇਂ ਸੰਸਾਰ ਨੂੰ ਸਮਝਣ ਲਈ ਸਾਡੀ ਮਦਦ ਕਰਨਗੀਆਂ। ਅਤੇ ਔਰ ਉਹ ਸਰਟਨਲੀ ਜੇ ਅਸੀਂ ਇਸ ਸੰਸਾਰ ਨੂੰ ਸਮਝਾਂਗੇ ਤਾਂ ਸੰਸਾਰ ਨੂੰ ਪੋਜ਼ੀਟਿਵ ਡਾਇਰੈਕਸ਼ਨ ਦੇ ਵਿੱਚ ਬਦਲਣ ਦੀ ਵੀ ਆਸ ਰੱਖ ਸਕਦੇ ਹਾਂ। ਇੱਕ ਦੋ ਸਵਾਲ ਹੋ ਰਿਹਾ ਬਸ, ਫਿਰ ਅਸੀਂ ਗੱਲ ਖਤਮ ਕਰਾਂਗੇ। ਤੁਸੀਂ ਨਵੀਂ ਟੈਕਨੋਲੋਜੀ ਦਾ ਜ਼ਿਕਰ ਕੀਤਾ ਹੈ, ਨੌਲੇਜ ਇੰਡਸਟਰੀ ਦਾ, ਜਾਂ ਇਹ ਸਾਰਾ ਜਿਹੜਾ ਸੈਕਟਰ ਨੌਲੇਜ ਦਾ ਸੈਕਟਰ, ਇਹਦੇ 'ਤੇ ਤੁਹਾਡਾ ਕਾਫੀ ਕੰਮ ਵੀ ਹੈ। ਤੁਸੀਂ ਕੀ ਸਮਝਦੇ ਹੋ ਵੀ ਇਸ ਸੈਕਟਰ ਦੇ ਵਿੱਚ ਸਾਡੇ ਬੱਚੇ ਜਿਹੜੇ ਨਵੇਂ ਹੈ ਉਹ ਕਿਹੜੀ ਚੀਜ਼ਾਂ ਹੈਗੀਆਂ ਜਿਨ੍ਹਾਂ ਨੂੰ ਅੱਗੇ ਲੈ ਕੇ ਜਾ ਸਕਦੇ ਨੇ, ਅਤੇ ਨੌਲੇਜ ਸੈਕਟਰ ਜਾਂ ਟੈਕਨੋਲੋਜੀਜ਼ ਜਿਹੜੀ ਹੈ ਉਹਨਾਂ ਦੀ ਯੂਜ਼ ਜਾਂ ਮਿਸਯੂਜ਼ ਬਾਰੇ ਤੁਹਾਡੇ ਕੀ ਵਿਚਾਰ ਹੈ? ਸੁਸ਼ੀਲ ਜੀ, ਅਗਰ ਪੰਜਾਬ ਨੇ ਸਰਵਾਈਵ ਕਰਨਾ ਤਾਂ ਇਹਨੂੰ ਆਪਣਾ ਐਜੂਕੇਸ਼ਨ ਸਿਸਟਮ ਸੁਧਾਰਨਾ ਪਏਗਾ। ਐਜੂਕੇਸ਼ਨ ਆ ਜਿਹੜੀ ਉਹ ਸਾਨੂੰ ਸਿਰਫ ਨੌਲੇਜ ਨਹੀਂ ਪ੍ਰੋਵਾਈਡ ਕਰਦੀ, ਨੌਲੇਜ ਤਾਂ ਹੁਣ ਸਾਨੂੰ ਗੂਗਲ ਵੀ ਪ੍ਰੋਵਾਈਡ ਕਰੀ ਜਾ ਰਿਹਾ, ਔਰ ਇਹ ਵੀ ਟੈਕਨੋਲੋਜੀਜ਼ ਆਉਣ ਵਾਲੇ ਜ਼ਮਾਨੇ 'ਚ ਆ ਜਾਣਗੀਆਂ ਕਿ ਇਲੈਕਟ੍ਰੋਡਸ ਰਾਹੀਂ ਹਿਊਮਨ ਬ੍ਰੇਨ ਸਿੱਧਾ ਕਲਾਊਡ ਨਾਲ ਅਟੈਚ ਹੋ ਜਾਵੇ। ਅਤੇ ਨੌਲੇਜ ਕੋਈ ਮਸਲਾ ਨਹੀਂ ਹੈ, ਨੌਲੇਜ ਤੁਹਾਨੂੰ ਟੀਚਰ ਨਾਲੋਂ ਕਿਤੇ ਵੱਧ ਗੂਗਲ ਤੋਂ ਮਿਲ ਜੇਗੀ। ਦੇਖਣ ਵਾਲੀ ਗੱਲ ਹੈ ਕਿ ਉਸ ਨੌਲੇਜ ਨੂੰ ਅਪਲਾਈ ਕਿਵੇਂ ਕਰਨਾ, ਉਹਦੀ ਐਪਲੀਕੇਸ਼ਨ ਬਾਰੇ ਸੋਚਣਾ, ਉਹ ਕਿਹੜੀਆਂ ਸਕਿੱਲਸ ਨੇ ਜਿਨ੍ਹਾਂ ਰਾਹੀਂ ਤੁਸੀਂ ਉਸ ਨੌਲੇਜ ਨੂੰ ਯੂਜ਼ ਕਰ ਸਕਦੇ ਹੋ, ਅਪਲਾਈ ਕਰ ਸਕਦੇ ਹੋ ਸੁਸਾਇਟੀ ਨੂੰ ਟਰਾਂਸਫਾਰਮ ਕਰਨ ਦੇ ਰੂਪ ਵਿੱਚ। ਸੋ ਜਿਹੜੀ ਐਜੂਕੇਸ਼ਨ ਆ ਉਹ ਤੁਹਾਨੂੰ 3-4 ਚੀਜ਼ਾਂ ਪ੍ਰੋਵਾਈਡ ਕਰਦੀ ਹੈ। ਨੰਬਰ 1 ਨੌਲੇਜ, ਜਿਹੜੀ ਸਾਨੂੰ ਹੁਣ ਹੋਰ ਬਹੁਤ ਪਾਸਿਆਂ ਤੋਂ ਮਿਲ ਰਹੀ ਹੈ। ਨੰਬਰ 2 ਸਕਿੱਲਸ ਨੇ, ਜਿਹੜੀਆਂ ਸਕਿੱਲ ਸੈਟਸ ਨੇ। ਇਸ ਵੇਲੇ ਦੁਨੀਆ ਦੇ ਵਿੱਚ ਜਿਹੜੀਆਂ ਪੁਰਾਣੀਆਂ ਸਕਿੱਲ ਸੀ ਉਹ ਤਾਂ ਸ਼ਾਇਦ ਹੁਣ ਮਸ਼ੀਨਾਂ ਜਾਂ ਆਟੋਮੇਸ਼ਨ ਦੇ ਰਾਹੀਂ ਪੂਰੀਆਂ ਹੋ ਜਾਣਗੀਆਂ। ਬਹੁਤ ਸਾਰੀਆਂ ਇਨੋਵੇਟਿਵ ਅਤੇ ਕ੍ਰੀਏਟਿਵ ਸਕਿੱਲਸ ਨੇ, ਜਿਹੜੀਆਂ ਸਕਿੱਲਸ ਮਸ਼ੀਨਾਂ ਹਾਲੇ ਨਹੀਂ ਕਰ ਸਕਣਗੀਆਂ। ਉਹਦੇ ਲਈ ਬੰਦੇ ਦੀ ਜ਼ਰੂਰਤ ਪਏਗੀ, ਯੰਗ ਵਰਕਰ ਦੀ ਜ਼ਰੂਰਤ ਪਏਗੀ। ਸਾਨੂੰ ਆਪਣੇ ਬੱਚਿਆਂ ਨੂੰ ਉਹਨਾਂ ਏਰੀਆਜ਼ ਦੇ ਵਿੱਚ ਸਕਿੱਲਸ ਸਿਖਾਉਣ ਦੀ ਲੋੜ ਆ, ਜਿਹੜੀਆਂ ਸਕਿੱਲਸ ਆਉਣ ਵਾਲੇ ਸਮੇਂ 'ਚ ਜ਼ਰੂਰਤ ਪਏਗੀ ਜਿਨ੍ਹਾਂ ਬੱਚਿਆਂ ਨੂੰ। ਅਤੇ ਦੂਸਰੇ ਪਾਸੇ ਇਹ ਆ ਕਿ ਜੇ ਨਵੀਆਂ ਸਕਿੱਲਸ ਆਉਣਗੀਆਂ ਤਾਂ ਉਹਨਾਂ ਸਕਿੱਲਸ ਨੂੰ ਅਪਲਾਈ ਕਰਨ ਵਾਸਤੇ ਸੁਸਾਇਟੀ ਦੇ ਵਿੱਚ ਨਵੇਂ ਮਾਈਂਡ ਸੈਟਸ ਦੀ ਵੀ ਜ਼ਰੂਰਤ ਪਏਗੀ। ਸੋ ਐਜੂਕੇਸ਼ਨ ਦਾ ਦੂਸਰਾ ਜਿਹੜਾ ਵੱਡਾ ਮਤਲਬ ਫੰਕਸ਼ਨ ਹੈਗਾ ਉਹ ਸਕਿੱਲਸ ਤੋਂ ਬਾਅਦ ਉਹ ਹੈ ਮਾਈਂਡ ਸੈਟਸ ਦੀ ਕੰਸਟਰਕਸ਼ਨ ਕਰਨਾ। ਸੋ ਉਹ ਮਾਈਂਡ ਸੈਟਸ ਜਿਹੜੇ ਨਵੀਆਂ ਸਕਿੱਲਸ ਨੂੰ ਲੈ ਕੇ ਦੁਨੀਆ ਨੂੰ ਟਰਾਂਸਫਾਰਮ ਕਰਨ ਵੱਲ ਉਹਨਾਂ ਦੀ ਹੈਲਪ ਕਰਨਗੇ। ਅਤੇ ਇੱਕ ਹੋਰ ਬੜੀ ਇੰਪੋਰਟੈਂਟ ਚੀਜ਼ ਆ ਜਿਹੜੀ ਐਜੂਕੇਸ਼ਨ ਪ੍ਰੋਵਾਈਡ ਕਰਦੇ ਆ, ਉਹ ਹੈ ਕਮਿਊਨਿਟੀ ਫਾਰਮੇਸ਼ਨਸ। ਐਜੂਕੇਸ਼ਨ ਦੇ ਰਾਹੀਂ ਤੁਸੀਂ ਜੁੜਦੇ ਹੋ ਇੱਕ ਦੂਸਰੇ ਦੇ ਨਾਲ। ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਕਿ ਜਦੋਂ ਤੁਹਾਡੇ ਕੋਲ ਮਤਲਬ ਅਲੱਗ-ਅਲੱਗ ਕਿਸਮ ਦੇ ਪੀਅਰਸ ਹੋਣਗੇ, ਅਲੱਗ-ਅਲੱਗ ਕਿਸਮ ਦੀ ਜਿਹੜੀ ਲਰਨਿੰਗ ਕਮਿਊਨਿਟੀ ਹੋਏਗੀ, ਤਾਂ ਉਹਨਾਂ ਦੀ ਹਾਈਬ੍ਰਿਡਾਈਜੇਸ਼ਨ ਦੇ ਵਿੱਚੋਂ ਬਹੁਤ ਨਵੀਆਂ ਸੰਭਾਵਨਾਵਾਂ ਜਾਗਦੀਆਂ ਨੇ। ਸੋ ਮੈਂ ਗੱਲ ਇਹ ਕਹਿਣੀ ਚਾਹਾਂਗਾ ਕਿ ਇਸ ਵੇਲੇ ਜਿਹੜੀਆਂ ਸਕਿੱਲਸ ਦੇ ਵਿੱਚ ਇਸ ਵੇਲੇ ਬੱਚਿਆਂ ਨੂੰ ਟ੍ਰੇਨ ਕਰਨ ਦੀ ਲੋੜ ਹੈ, ਉਹ ਰੈਪੀਟੇਟਿਵ ਸਕਿੱਲਸ ਦੇ ਵਿੱਚ ਲੋੜ ਨਹੀਂ ਹੈ, ਉਹ ਹੈਗੀ ਆ ਇਨੋਵੇਟਿਵ ਅਤੇ ਕ੍ਰੀਏਟਿਵ ਸਕਿੱਲਸ ਦੀ। ਔਰ ਇਸ ਤੋਂ ਵੀ ਵੱਧ ਜਿਹੜੀ ਚੀਜ਼ ਜ਼ਰੂਰਤ ਹੈ, ਉਹ ਹੁਣ ਤੱਕ ਅਸੀਂ ਇੰਡੀਵਿਜੂਅਲ ਨੂੰ ਬੜੀ ਮਹੱਤਤਾ ਦਿੱਤੀ ਹੋਈ ਸੀ, ਚਾਹੇ ਉਹ ਮਤਲਬ ਇੰਡੀਵਿਜੂਅਲ ਦੀ ਗਰੋਥ ਦੀ ਗੱਲ ਆ, ਚਾਹੇ ਉਹ ਇੰਡੀਵਿਜੂਅਲ ਦੀ ਪ੍ਰੋਪਰਟੀ ਬਣਾਉਣ ਦੀ ਗੱਲ ਆ। ਪਰ ਆਉਣ ਵਾਲਾ ਜਿਹੜਾ ਜ਼ਮਾਨਾ, ਉਹ ਜ਼ਮਾਨਾ ਹੈ ਕੋਆਪਰੇਸ਼ਨ ਦਾ, ਉਹ ਜ਼ਮਾਨਾ ਹੈ ਕੋਲੈਬੋਰੇਸ਼ਨ ਦਾ, ਉਹ ਜ਼ਮਾਨਾ ਹੈ ਕਲਾਊਡ ਸੋਰਸਿੰਗ ਦਾ। ਸੋ ਸਾਨੂੰ ਇਹ ਗੱਲ ਦੇਖਣ ਦੀ ਜ਼ਰੂਰਤ ਪੈਣੀ ਆ ਕਿ ਸਾਡੇ ਬੱਚਿਆਂ ਨੇ ਕੋਲੈਬੋਰੇਟਿਵਲੀ ਕਿਵੇਂ ਕੰਮ ਕਰਨਾ। ਸੋ ਇਹ ਜਿਹੜੀਆਂ ਇਸ ਕਿਸਮ ਦੀਆਂ ਕੋਲੈਬੋਰੇਟਿਵ ਸਕਿੱਲਸ ਨੇ, ਇਹ ਵੀ ਸਾਨੂੰ ਬੱਚਿਆਂ ਨੂੰ ਸਿਖਾਉਣੀਆਂ ਪੈਣਗੀਆਂ। ਗੱਲਾਂ ਤਾਂ ਬਹੁਤ ਦਰੁਸਤ ਨੇ ਤੁਹਾਡੀਆਂ, ਪਰ ਮਸਲਾ ਇੱਥੇ ਖੜਾ ਇਹ ਹੋ ਰਿਹਾ, ਬਸ ਆਖਰੀ ਸਵਾਲ ਹੀ ਹੈ ਵੀ 2 ਹੀ ਸੈਕਟਰ ਹੁੰਦੇ ਆ ਕਿਸੇ ਵੀ ਸੁਸਾਇਟੀ ਦੇ, ਸਭ ਤੋਂ ਇੰਪੋਰਟੈਂਟ ਹੈਲਥ ਅਤੇ ਐਜੂਕੇਸ਼ਨ। ਇਹ ਦੋਨੋਂ ਸੈਕਟਰ ਸਾਡੇ ਕਲੈਪਸ ਹੋ ਚੁੱਕੇ ਬੁਰੀ ਤਰ੍ਹਾਂ। ਅਤੇ ਤੁਹਾਡੇ ਕਹਿਣ ਦੇ ਮੁਤਾਬਿਕ ਇਹਦੇ ਲਈ ਜ਼ਿੰਮੇਵਾਰ ਤਾਂ ਹਕੂਮਤਾਂ ਹੀ, ਉਹਨਾਂ ਤੋਂ ਉਮੀਦ ਵੀ ਸਾਨੂੰ ਕੋਈ ਨਹੀਂ। ਪਰ ਜੋ ਕੁਝ ਆਪਾਂ ਕਰਨਾ ਚਾਹੁੰਦੇ ਹਾਂ ਜਾਂ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਦੱਸ ਰਹੇ ਹੋ, ਇਹ ਕਰੇਗਾ ਕੌਣ ਤੇ ਕਿਵੇਂ ਹੋਏਗਾ? ਇਹ ਤੁਸੀਂ ਜਿਵੇਂ ਆਪਾਂ ਉਦਾਹਰਨ ਲੈ ਲਈਏ ਐਜੂਕੇਸ਼ਨ ਦੀ, ਐਜੂਕੇਸ਼ਨ ਦੇ ਵਿੱਚ ਜਿਹੜਾ ਗੌਰਮੈਂਟ ਸੈਕਟਰ ਆ, ਉਹ ਗੌਰਮੈਂਟ ਨੇ ਖੁਦ ਹੀ ਬਰਬਾਦ ਕਰ ਦਿੱਤਾ ਤਾਂ ਕਿ ਜਿਹੜੇ ਪ੍ਰਾਈਵੇਟ ਪਲੇਅਰਸ ਨੇ ਉਹਨਾਂ ਨੂੰ ਸਪੇਸ ਦਿੱਤੀ ਜਾ ਸਕੇ ਅਤੇ ਉਹਨਾਂ ਤੋਂ ਪੈਸਾ ਬਣਾਇਆ ਜਾ ਸਕੇ।
ਸੋ ਇਹ ਇਸ ਕਿਸਮ ਦੀ ਤਾਂ ਸੋਚ ਸਾਡੀ ਗੌਰਮੈਂਟ ਦੀ ਆ। ਹੁਣ ਤੁਸੀਂ ਪੁੱਛ ਹੀ ਲਿਆ ਤਾਂ ਮੈਂ ਇੱਕ ਗੱਲ ਤੁਹਾਨੂੰ ਹੋਰ ਕਹਿਣੀ ਚਾਹਾਂਗਾ ਕਿ ਜਿੱਥੋਂ ਤੱਕ ਐਜੂਕੇਸ਼ਨ ਦਾ ਸਵਾਲ ਆ, ਸਾਡੀਆਂ ਜਿਹੜੀਆਂ ਪੋਲੀਟੀਕਲ ਪਾਰਟੀਜ਼ ਨੇ, ਉਹ ਪੋਲੀਟੀਕਲ ਪਾਰਟੀਜ਼ ਦੇ ਵਿੱਚ ਖਾਸ ਕਿਸਮ ਦਾ ਇੱਕ ਐਲੀਮੈਂਟ ਆ ਜਿਹਨੂੰ ਮੈਂ ਫਿਊਡਲ ਐਲੀਮੈਂਟ ਕਹਾਂਗਾ, ਉਹ ਡੋਮੀਨੇਟ ਕਰਦਾ। ਚਾਹੇ ਉਹ ਕਾਂਗਰਸ ਹੋਵੇ, ਚਾਹੇ ਉਹ ਅਕਾਲੀ ਦਲ ਹੋਵੇ, ਉਹਦੇ ਵਿੱਚ ਜਿਹੜੀ ਡੋਮੀਨੇਟਿੰਗ ਧਿਰ ਆ ਉਹ ਫਿਊਡਲ ਆਰਟਸ ਦੀ ਆ, ਫਿਊਡਲ ਕਿਸਮ ਦੀ ਸੋਚ ਰੱਖਣ ਵਾਲੇ ਬੰਦਿਆਂ ਦੀ ਆ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਜੀ ਹੋਣ ਅਤੇ ਭਾਵੇਂ ਉਹ ਪ੍ਰਕਾਸ਼ ਸਿੰਘ ਬਾਦਲ ਜਾਂ ਉਹਨਾਂ ਦਾ ਪੁੱਤਰ ਹੋਵੇ। ਸੋ ਇਹ ਲੋਕ ਨੇ ਜਿਹੜੇ, ਇਹ ਲੋਕ ਕਦੋਂ ਚਾਹੁੰਣਗੇ ਕਿ ਜਿਹੜੀ ਪੰਜਾਬ ਦੀ ਯੂਥ ਆ ਉਹ ਪੜ੍ਹ ਲਿਖ ਕੇ ਮਾਡਰਨਾਈਜ਼ ਹੋਵੇ? ਕੀ ਉਹਨਾਂ ਨੂੰ ਮਾਡਰਨਾਈਜ਼ ਕਰਨਗੇ ਤਾਂ ਕਿ ਉਹਨਾਂ ਨੂੰ ਵੋਟਾਂ ਨਾ ਪਾਉਣ? ਇਹ ਤਾਂ ਪੰਜਾਬ ਦੇ ਆਪਣੇ ਵੋਟ ਬੈਂਕ ਨੂੰ ਮੇਨਟੇਨ ਕਰਨ ਲਈ, ਉਹਨਾਂ ਨੂੰ ਇੰਟੈਕਟ ਰੱਖਣ ਲਈ ਪੰਜਾਬ ਨੂੰ ਵੀ ਉਹੋ ਜਿਹਾ ਹੀ ਬਣਾ ਕੇ ਰੱਖਣਾ ਚਾਹੁੰਦੇ ਨੇ ਜਿਹੋ ਜਿਹਾ ਪੰਜਾਬ ਪਿਛਲੇ ਲੰਮੇ ਸਮੇਂ ਤੋਂ ਚੱਲਦਾ ਰਿਹਾ। ਸੋ ਇਹ ਲੋਕ ਉਹ ਨੇ ਜਿਹੜੇ ਪੰਜਾਬ ਦੀ ਐਜੂਕੇਸ਼ਨ ਨੂੰ ਸੁਧਾਰਨ ਦੀ ਕੋਸ਼ਿਸ਼ ਕਦੇ ਵੀ ਨਹੀਂ ਕਰਨਗੇ, ਕਿਉਂਕਿ ਇਹਨਾਂ ਦਾ ਮੰਤਵ ਆ ਜਿਹੜਾ ਉਹ ਪੰਜਾਬ ਨੂੰ ਅਧਪੜ੍ਹ ਕਿਸਮ ਦੇ ਪੇਂਡੂ ਲੋਕਾਂ ਦੇ ਵਿੱਚ ਦੇ ਰੂਪ ਦੇ ਵਿੱਚ ਹੀ ਦੇਖਣਾ ਚਾਹੁੰਦਾ, ਤਾਂ ਕਿ ਉਹਨਾਂ ਦਾ ਜਿਹੜਾ ਵੋਟ ਬੈਂਕ ਆ ਉਹ ਬਰਕਰਾਰ ਰਹੇ। ਬਹੁਤ ਮਿਹਰਬਾਨੀ ਗਰੇਵਾਲ ਸਾਹਿਬ। ਕਿਸੇ ਦਿਨ ਸਟੂਡੀਓ 'ਚ ਆਪਾਂ ਫਿਰ ਲੰਬੀਆਂ ਗੱਲਾਂ ਕਰਾਂਗੇ, ਅੱਜ ਵਕਤ ਵੀ ਇੰਨਾ ਕੀ ਹੈ ਸਾਡੇ ਕੋਲ। ਅਗਲੇ ਦਿਨਾਂ 'ਚ ਫਿਰ ਕੋਸ਼ਿਸ਼ ਰਹੇਗੀ ਤੁਹਾਡੇ ਨਾਲ ਹੋਰ ਲੰਬੀਆਂ ਗੱਲਾਂ ਕਰੀਏ, ਸੰਵਾਦ ਕਰੀਏ, ਤਾਂ ਜੋ ਕੁਝ ਹੋਰ ਮਸਲਿਆਂ ਬਾਰੇ ਹਾਂ ਜੀ ਜਾਂਦੇ ਜਾਂਦੇ ਗਰੇਵਾਲ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜੇ ਅਸੀਂ ਕੋਈ ਮੂਵਮੈਂਟ ਸ਼ੁਰੂ ਕਰਨੀ ਚਾਹੁੰਦੇ ਹਾਂ, ਜਿਵੇਂ ਹੁਣ ਤੁਸੀਂ ਗੱਲ ਕੀਤੀ ਆ ਕਿ ਪੰਜਾਬ ਨੂੰ ਬਚਾਉਣਾ ਜੇ, ਤਾਂ ਸਾਨੂੰ ਐਜੂਕੇਸ਼ਨ ਤੋਂ ਗੱਲ ਸ਼ੁਰੂ ਕਰਨੀ ਪਵੇਗੀ। ਐਜੂਕੇਸ਼ਨ ਦੀ ਜਿਹੜੀ ਇਹ ਵਪਾਰੀਕਰਨ ਆ ਜਾਂ ਐਜੂਕੇਸ਼ਨ ਦਾ ਜਿਹੜਾ ਬਿਊਰੋਕਰੇਟਾਈਜੇਸ਼ਨ ਆ, ਇਹਨਾਂ ਤੋਂ ਮੁਕਤੀ ਪਾਉਣ ਲਈ, ਔਰ ਦੂਸਰੇ ਪਾਸੇ ਜਿਹੜੀ ਐਜੂਕੇਸ਼ਨ ਆ ਉਹਦੇ ਵਿੱਚ ਸਾਰੀਆਂ ਨੌਲੇਜ ਪ੍ਰੋਡਕਟਸ ਅਤੇ ਨੌਲੇਜ ਸਰਵਿਸਿਜ਼ ਯੂਜ਼ ਹੁੰਦੀਆਂ ਨੇ। ਦੁਨੀਆ ਦੇ ਵਿੱਚ ਐਜੂਕੇਸ਼ਨ ਵੀ ਜ਼ੀਰੋ ਮਾਰਜਨਲ ਕਾਸਟ ਵੱਲ ਨੂੰ ਜਾ ਰਹੀ ਆ, ਅਤੇ ਸਾਡੇ ਬੱਚਿਆਂ ਨੂੰ ਸਾਨੂੰ ਸਾਰਿਆਂ ਨੂੰ ਇਸ ਗੱਲ 'ਤੇ ਜ਼ੋਰ ਲਾਉਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਜਿਹੜੀ ਐਜੂਕੇਸ਼ਨ ਆ ਉਹਨੂੰ ਕਿਵੇਂ ਨਵੀਆਂ ਲੋੜਾਂ ਦੇ ਹਾਣ ਦਾ ਬਣਾਇਆ ਜਾਵੇ ਅਤੇ ਉਹਨੂੰ ਮੁਫਤ ਪ੍ਰੋਵਾਈਡ ਕੀਤਾ ਜਾਵੇ ਬੱਚਿਆਂ ਨੂੰ। ਮਤਲਬ ਫਰੀ ਔਰ ਓਪਨ ਸੋਰਸ ਐਜੂਕੇਸ਼ਨ ਦੇ ਵੱਲੋਂ ਸਾਨੂੰ ਮੂਵ ਕਰਨ ਦੀ ਲੋੜ ਹੈ। ਬਹੁਤ ਮਿਹਰਬਾਨੀ ਗਰੇਵਾਲ ਸਾਹਿਬ। ਫਿਰ ਕਿਸੇ ਦਿਨ ਗੱਲਬਾਤ ਹੋਏਗੀ ਸਾਂਝੀ ਸੱਥ ਦੇ ਵਿੱਚ। ਤੁਸੀਂ ਅੱਜ ਸਾਡਾ ਸਾਥ ਦਿੱਤਾ, ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਆਪਾਂ ਮਿਲਦੇ ਹਾਂ ਪਿਆਰੇ ਸਰੋਤਿਓ ਅਗਲੇ ਸੈਗਮੈਂਟ ਦੇ ਵਿੱਚ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ USA ਦੇ ਸਾਂਝੀ ਸੱਥ ਪ੍ਰੋਗਰਾਮ ਦੇ ਦੂਸਰੇ ਸੈਗਮੈਂਟ ਦੇ ਵਿੱਚ ਮੈਂ ਸੁਸ਼ੀਲ ਦੋਸਾਂਝ ਅੱਜ ਲੁਧਿਆਣਾ ਸ਼ਹਿਰ ਦੇ ਨੇੜੇ ਮੁੱਲਾਪੁਰ ਦਾਖਾ ਤੋਂ ਫਿਰ ਤੁਹਾਨੂੰ ਮੁਖਾਤਬ ਹਾਂ। ਪਹਿਲੇ ਸੈਗਮੈਂਟ ਦੇ ਵਿੱਚ ਤੁਸੀਂ ਸੁਣੀਆਂ ਸਾਡੀਆਂ ਗੱਲਾਂ ਅਮਰਜੀਤ ਗਰੇਵਾਲ ਹੋਰਾਂ ਨਾਲ। ਦੂਜੇ ਸੈਗਮੈਂਟ ਦੇ ਵਿੱਚ ਸਾਡੇ ਨਾਲ ਨੇ ਕੇਂਦਰੀ ਪੰਜਾਬੀ ਲੇਖ ਸਭਾ ਦੇ ਸਾਬਕਾ ਜਨਰਲ ਸਕੱਤਰ ਅਤੇ ਵੱਡੇ ਵਿਦਵਾਨ, ਖਾਸ ਤੌਰ 'ਤੇ ਲੋਕ ਧਾਰਾ 'ਤੇ ਕੰਮ ਹੈ, ਮੇਰੀ ਮੁਰਾਦ ਹੈ ਡਾਕਟਰ ਕਰਮਜੀਤ ਸਿੰਘ। ਡਾਕਟਰ ਕਰਮਜੀਤ ਸਿੰਘ ਕੁਰੂਕਸ਼ੇਤਰਾ ਯੂਨੀਵਰਸਿਟੀ ਤੋਂ ਰਿਟਾਇਰ ਹੋਏ ਨੇ। ਅੱਜ ਜਦੋਂ ਅਸੀਂ ਸੈਮੀਨਾਰ ਕਰ ਰਹੇ ਸੀ ਮੁੱਲਾਪੁਰ ਦਾਖਾ ਕਾਲਜ ਦੇ ਵਿੱਚ ਸੱਭਿਆਚਾਰ ਦੇ ਉੱਤੇ, ਵੀ ਸੱਭਿਆਚਾਰ ਹੈ ਕੀ ਆ, ਜਾਂ ਸੱਭਿਆਚਾਰ ਬਦਲਦਾ ਕਿਵੇਂ ਹੈ, ਜਾਂ ਸਾਡਾ ਜਿਹੜਾ ਪੰਜਾਬੀ ਸੱਭਿਆਚਾਰ ਜਾਂ ਭਾਰਤੀ ਸੱਭਿਆਚਾਰ ਕਿਹੜੇ ਸੰਕਟਾਂ ਨਾਲ ਦੋ ਚਾਰ ਹੋ ਰਿਹਾ, ਤਾਂ ਉਸ ਗੱਲਬਾਤ ਦਾ ਹਿੱਸਾ ਵੀ ਸਨ ਡਾਕਟਰ ਕਰਮਜੀਤ ਸਿੰਘ। ਸੋ ਡਾਕਟਰ ਕਰਮਜੀਤ ਜੀ, ਤੁਹਾਡਾ ਪੰਜਾਬੀ ਰੇਡੀਓ USA ਦੇ ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਅਤੇ ਪਹਿਲਾ ਸਵਾਲ ਵੀ ਸਾਡਾ ਜਿਹੜਾ ਤੁਹਾਨੂੰ ਇਹੀ ਹੈ, ਤੁਸੀਂ ਕੀ ਸਮਝਦੇ ਹੋ ਕਿ ਅੱਜ ਜਿਹੜੇ ਵੱਖ-ਵੱਖ ਨਿੱਕੇ ਸੱਭਿਆਚਾਰ ਨੇ, ਜਿਹਦੇ ਵਿੱਚ ਪੰਜਾਬੀ ਸੱਭਿਆਚਾਰ ਵੀ ਸ਼ਾਮਲ ਹੈ, ਖਾਸ ਤੌਰ 'ਤੇ ਪੰਜਾਬੀ ਸੱਭਿਆਚਾਰ, ਕਿਹੜੀ ਨਿਸ਼ਾਨਦੇਹੀ ਕਰਦੇ ਹੋ ਤੁਸੀਂ ਵੀ ਕਿਹੜੇ ਉਹ ਸੰਕਟ ਨੇ ਜਿਨ੍ਹਾਂ ਨਾਲ ਸਾਡਾ ਪੰਜਾਬੀ ਸੱਭਿਆਚਾਰ ਜੂਝ ਰਿਹਾ? ਅਸਲ ਵਿੱਚ ਜਿਹੜਾ ਸੱਭਿਆਚਾਰ ਦੇ ਸੰਕਟ ਜਿਹੜੇ ਨੇ ਉਹ ਇਤਿਹਾਸ ਦੇ ਵਿੱਚ ਹਮੇਸ਼ਾ ਹੀ ਆਏ ਨੇ, ਲਗਾਤਾਰ ਆਉਂਦੇ ਰਹੇ ਨੇ। ਲੇਕਿਨ ਅੱਜ ਦਾ ਜਿਹੜਾ ਸੰਕਟ ਹੈ ਉਹ ਅਸਲ ਵਿੱਚ ਉੱਤਰ ਆਧੁਨਿਕਤਾ ਦਾ ਸੰਕਟ ਹੈ, ਸਭ ਤੋਂ ਵੱਡਾ ਸੰਕਟ ਹੈ, ਜਿਹਦੇ ਵਿੱਚ ਵਪਾਰੀਕਰਨ ਅਤੇ ਦੂਸਰੇ ਸਾਰੇ ਜਿਹੜੇ ਮਸਲੇ ਨੇ ਉਹ ਸਾਡੇ 'ਚ ਆਏ। ਇਹਦੇ ਨਾਲ ਹੋਇਆ ਕੀ ਹੈ ਕਿ ਲੋਕਾਂ ਨੂੰ ਲੱਗਣ ਲੱਗਾ ਕਿ ਪੂਰੀ ਦੁਨੀਆ ਜਿਹੜੀ ਹੈਗੀ ਆ ਉਹ ਇੱਕ ਬਣਦੀ ਜਾ ਰਹੀ ਹੈ। ਇੱਕ ਬਣਨ ਦਾ ਮਤਲਬ ਇਹ ਹੈ ਕਿ ਸਾਡਾ ਸੱਭਿਆਚਾਰ ਦੇ ਉੱਪਰ ਬਹੁਤ ਵੱਡਾ ਜਿਹੜਾ ਹਮਲਾ ਹੋ ਰਿਹਾ, ਇਹ ਮੰਨਿਆ ਗਿਆ। ਲੇਕਿਨ ਅਸਲ ਵਿੱਚ ਇਸ ਤਰ੍ਹਾਂ ਨਹੀਂ ਹੈ। ਜੇ ਪੱਛਮ ਦਾ ਸੱਭਿਆਚਾਰ ਸਾਡੇ ਵਾਲੇ ਪਾਸੇ ਆਉਂਦਾ ਅਤੇ ਸਾਡਾ ਜਿਹੜਾ ਸੱਭਿਆਚਾਰ ਹੈ ਉਹ ਪੱਛਮ ਵੱਲ ਵੀ ਜਾ ਰਿਹਾ, ਤਾਂ ਇੱਕ ਤਰ੍ਹਾਂ ਨਾਲ ਇਹ ਸੱਭਿਆਚਾਰਾਂ ਦਾ ਆਦਾਨ ਪ੍ਰਦਾਨ ਹੈ। ਆਦਾਨ ਪ੍ਰਦਾਨ ਤਾਂ ਹੁੰਦਾ ਹੀ ਰਹਿੰਦਾ, ਲੇਕਿਨ ਜਿਹੜਾ
ਪੰਜਾਬੀ ਸੱਭਿਆਚਾਰ ਨੂੰ ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈ ਉਹ ਹੈ ਉਹਦਾ ਵਪਾਰੀ। ਪਿਛਲੇ ਜਿੰਨੇ ਵੀ ਪੰਜਾਬੀ ਸੱਭਿਆਚਾਰ ਦੇ ਪੱਖ ਨੇ, ਜੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖੀਏ, ਚਾਹੇ ਉਹ ਖਾਣ ਪੀਣ ਹੈ, ਪਹਿਨਣ ਹੈ, ਪਹਿਰਾਵਾ ਆ, ਗਹਿਣੇ ਹੈ, ਸੋਚ ਹੈ, ਦੂਸਰਾ ਜਿੰਨਾ ਸਾਰਾ ਕੁਝ ਹੈਗਾ, ਇਹ ਟੋਟੈਲਿਟੀ ਆਫ ਲਾਈਫ ਜਿਹਨੂੰ ਅਸੀਂ ਕਹਿੰਦੇ ਸੱਭਿਆਚਾਰ ਹੁੰਦਾ, ਇਹ ਸਾਰਾ ਸਮੁੱਚਾ ਜਿਉਣ ਦਾ ਢੰਗ ਤਰੀਕਾ ਜਿਹੜਾ ਹੈਗਾ ਉਹ ਸੱਭਿਆਚਾਰ ਹੈ। ਅਤੇ ਉਹ ਸਾਰੇ ਦਾ ਸਾਰਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਪ੍ਰਭਾਵਿਤ ਹੋ, ਅਤੇ ਉਸ ਪ੍ਰਭਾਵਿਤ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਹੈ ਕਿ ਅਸੀਂ ਸਾਰਾ ਕੁਝ ਖੋ ਲਿਆ, ਬਲਕਿ ਅਸੀਂ ਪਰਿਵਰਤਿਤ ਹੋ ਰਹੇ ਹੁੰਦੇ ਹਾਂ। ਕਈ ਵਾਰ ਇਹ ਵੀ ਸਹੀ ਹੈ, ਇਹਦੇ ਵਿੱਚ ਦੋ ਰਾਵਾਂ ਨਹੀਂ ਹੈ ਕਿ ਕਈ ਵਾਰ ਅਸੀਂ ਗਲਤ ਕਦਰਾਂ ਕੀਮਤਾਂ ਵੀ ਜਿਹੜੀਆਂ ਉੱਧਰ ਨੇ ਉਹ ਅਸੀਂ ਲੈ ਲੈਂਦੇ ਹਾਂ। ਇੱਥੇ ਮੈਂ ਸਪਸ਼ਟ ਕਰਦਾ ਕਿ ਸੱਭਿਆਚਾਰ ਜਿਹੜਾ ਹੈ ਨਾ, ਉਹਦੇ 'ਚ ਸਾਰਾ ਕੁਝ ਹੀ ਪੋਜ਼ੀਟਿਵ ਨਹੀਂ ਹੁੰਦਾ ਹੈ। ਸੱਭਿਆਚਾਰ ਜਿਹੜਾ ਹੈਗਾ, ਕਿਸੇ ਵਿਦਵਾਨ ਨੇ ਬਹੁਤ ਵਧੀਆ ਗੱਲ ਕਹੀ ਹੈ ਕਿ ਜਿਹੜਾ ਸੱਭਿਆਚਾਰ ਦੇ ਵਿੱਚ ਨੈਗੇਟਿਵਿਟੀ ਹੈ ਜਾਂ ਨਾ ਪੱਖਾ ਹੈ, ਉਹ ਅਸਲ ਵਿੱਚ ਐਂਟੀ ਸੱਭਿਆਚਾਰ ਹੁੰਦਾ। ਤਾਂ ਸੱਭਿਆਚਾਰ ਦੇ ਵਿੱਚ ਐਂਟੀ ਸੱਭਿਆਚਾਰ ਵੀ ਹੈ। ਤਾਂ ਉਹ ਐਂਟੀ ਸੱਭਿਆਚਾਰ ਸਾਨੂੰ ਕਈ ਵਾਰ ਲੱਗਦਾ ਹੈ ਕਿ ਉਹ ਸਾਡੇ 'ਤੇ ਭਾਰੂ ਹੋ ਰਿਹਾ, ਲੇਕਿਨ ਪੰਜਾਬੀ ਸੱਭਿਆਚਾਰ ਇਹ ਜਿਹੜੇ ਜੜ੍ਹਾਂ ਨੇ ਉਹ ਇੰਨੀਆਂ ਕੱਚੀਆਂ ਨਹੀਂ ਹੈ ਕਿ ਉਹ ਇੱਕਦਮ ਖੁਰ ਜਾਣਗੀਆਂ। ਉਹ ਬਦਲ ਸਕਦਾ, ਚਾਹੇ ਰਸਮਾਂ ਹੋਣ, ਚਾਹੇ ਖਾਣ ਪੀਣ ਹੋਏ, ਸਾਰਾ ਕੁਝ ਹੋਏ, ਲੇਕਿਨ ਇਸ ਦੇ ਬਾਵਜੂਦ ਉਹ ਜਿਹੜਾ ਮੂਲ ਹੈ ਆਪਣਾ, ਉਹਨੇ ਕਾਇਮ ਰੱਖਣਾ ਹੀ ਰੱਖਣਾ ਹੈ। ਬਿਲਕੁਲ ਤੁਸੀਂ ਠੀਕ ਕਿਹਾ ਕਿ ਸੱਭਿਆਚਾਰ ਜਿਹੜਾ ਆਪਣਾ ਮੂਲ ਕਾਇਮ ਰੱਖਦਾ ਹੈ। ਬਦਲਾਅ ਕੁਦਰਤੀ ਵੀ ਹੈ ਅਤੇ ਵਿਗਿਆਨਕ ਤੌਰ ਦੇ ਉੱਤੇ ਵੀ ਹੈ। ਪਰ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਕੁਝ ਚੀਜ਼ਾਂ ਬੜੀ ਤੇਜ਼ੀ ਦੇ ਨਾਲ ਬਦਲ ਰਹੀਆਂ, ਕੁਝ ਚੀਜ਼ਾਂ ਦੇਰ ਤੱਕ ਸਾਡੇ ਨਾਲ ਰਹਿੰਦੀਆਂ, ਸਾਡੇ ਸੱਭਿਆਚਾਰ ਦਾ ਅੰਗ ਰਹਿੰਦੀਆਂ, ਕੁਝ ਚੀਜ਼ਾਂ ਇੰਨੀ ਤੇਜ਼ੀ ਨਾਲ ਬਦਲਦੀਆਂ। ਤੁਸੀਂ ਥੋੜ੍ਹਾ ਸੰਕੇਤ ਵੀ ਕੀਤਾ ਵੀ ਕਿਵੇਂ ਜਿਹੜਾ ਇਹ ਨਵਾਂ ਗਲੋਬਲਾਈਜੇਸ਼ਨ ਹੈ, ਉਦਾਰੀਕਰਨ ਹੈ। ਮੈਂ ਸਮਝਦਾ ਕਿ ਭਾਰਤੀ ਸੱਭਿਆਚਾਰਾਂ ਦੇ ਉੱਤੇ ਉਹਦੇ 'ਚ ਪੰਜਾਬੀ ਸੱਭਿਆਚਾਰ ਵੀ ਆਉਂਦਾ ਵੀ ਜਿਹੜਾ ਮਾਰੂ ਅਸਰ ਗਿਆ ਇਹਨਾਂ ਨੀਤੀਆਂ ਦਾ, ਉਹ ਜਦੋਂ 30 ਸਾਲ ਪਹਿਲਾਂ ਡਾਕਟਰ ਮਨਮੋਹਨ ਸਿੰਘ ਨਵੀਂ ਆਰਥਿਕ ਨੀਤੀ ਲੈ ਕੇ ਆਏ ਅਤੇ ਉਸ ਤੋਂ ਬਾਅਦ ਇਹ ਬਹੁਤ ਤੇਜ਼ੀ ਨਾਲ ਸਾਡੇ ਇੱਥੇ ਬਦਲਿਆ। ਇਹ ਤੇਜ਼ੀ ਨਾਲ ਬਦਲਦੇ ਹੋਏ ਜਿਹੜੇ ਇਹ ਰੂਪ ਨੇ ਵੱਖਰੇ ਵੱਖਰੇ ਸੱਭਿਆਚਾਰ, ਜਿਸ 'ਚ ਨੈਗੇਟਿਵਿਟੀ ਜਿਹੜੀ ਹੈ, ਜਿਹੜਾ ਤੁਸੀਂ ਜ਼ਿਕਰ ਕਰ ਰਹੇ ਸੀ, ਉਹ ਜ਼ਿਆਦਾ ਹੈ। ਇਹਦਾ ਮੁਕਾਬਲਾ ਕਿਵੇਂ ਕੀਤਾ ਜਾ ਸਕਦਾ? ਕਿਉਂਕਿ ਸਾਡੇ ਜਿਹੜੇ ਆਮ ਲੋਕ ਨੇ ਉਹ ਸਮਝ ਲੈਂਦੇ ਆ ਵੀ ਗਾਉਣ ਵਜਾਉਣ ਹੀ ਸੱਭਿਆਚਾਰ ਹੈ। ਤੁਸੀਂ ਬਹੁਤ ਸਾਫ਼ ਦੱਸਿਆ ਕਿ ਜਿਹੜੇ ਲਾਈਫ ਦਾ ਵੇ ਹੈ, ਕੁੱਲ ਜੀਵਨ ਜਾਂਚ ਅਸਲ ਸੱਭਿਆਚਾਰ ਹੁੰਦਾ। ਸੋ ਇਹ ਬਦਲਦੀਆਂ ਜਿਹੜੀਆਂ ਕਦਰਾਂ ਕੀਮਤਾਂ ਹੈ ਅਤੇ ਇਹਨਾਂ ਦਾ ਮੁਕਾਬਲਾ ਕਰਨ ਵਾਸਤੇ ਪੰਜਾਬੀ ਚਿੰਤਨ 'ਚ ਕਿੱਦਾਂ ਦਾ ਕੰਮ ਹੋਣਾ ਚਾਹੀਦਾ? ਇਹਦੇ ਵਿੱਚ ਸਭ ਤੋਂ ਜਿਹੜੀ ਜ਼ਰੂਰੀ ਗੱਲ ਹੈ, ਆਪਣੇ ਸੱਭਿਆਚਾਰ ਦਾ ਅਧਿਐਨ ਕਰਕੇ ਆਪਣੀਆਂ ਜਿਹੜੀਆਂ ਹਾਂ ਪੱਖੀ ਕਦਰਾਂ ਕੀਮਤਾਂ ਹੈ ਉਹਦੀ ਨਿਸ਼ਾਨਦੇਹੀ ਕਰਨੀ ਜ਼ਰੂਰੀ ਹੈ। ਨੰਬਰ 1, ਸਾਡੀ ਸਮੱਸਿਆ ਇਹ ਹੋ ਗਈ ਹੈ ਕਿ ਪੰਜਾਬ ਪਿਛਲੇ 20 ਸਾਲਾਂ ਤੋਂ ਬੌਧਿਕ ਕੰਗਾਲੀ ਵੱਲ ਜਾ ਰਿਹਾ ਹੈ। ਉਹ ਬੌਧਿਕ ਕੰਗਾਲੀ ਦਾ ਹਾਲ ਇਹ ਹੈ ਕਿ ਅਸੀਂ ਅਧਿਐਨ ਕਰਨਾ ਛੱਡ ਗਏ। ਅਸੀਂ ਪੁਰਾਣੇ ਜਿਹੜੇ ਵੇਦ ਸ਼ਾਸਤਰ ਤਾਂ ਚਲੋ ਕੀ ਪੜ੍ਹਨੇ ਪੜ੍ਹਾਉਣੇ ਸੀ, ਅਸੀਂ ਆਪਣੀਆਂ ਪਰੰਪਰਾਵਾਂ ਜਿਹੜੀਆਂ ਨੇ ਉਹ ਵੀ ਨਹੀਂ, ਉਹਨਾਂ ਦਾ ਅਧਿਐਨ ਵੀ ਢੰਗ ਦੇ ਨਾਲ ਨਹੀਂ ਕਰਦੇ। ਤਾਂ ਜਦੋਂ ਆਪਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਾਂ, ਉਸ ਵੇਲੇ ਇਹ ਦਿੱਕਤ ਹੋਰ ਵੀ ਜ਼ਿਆਦਾ ਹੁੰਦੀ। ਤਾਂ ਪਹਿਲਾਂ ਸਭ ਤੋਂ ਅਧਿਐਨ ਕਰਕੇ ਉਹਦੇ ਜਿਹੜੇ ਹਾਂ ਪੱਖ ਨੇ ਉਹਨਾਂ ਨੂੰ ਨਾਲ ਲੈਣਾ। ਦੂਸਰਾ, ਉਹਨਾਂ ਦਾ ਡੈਮੋਕ੍ਰੇਟਿਕ ਅਤੇ ਪ੍ਰੋਗਰੈਸਿਵ ਦ੍ਰਿਸ਼ਟੀ ਤੋਂ ਮੁਲਾਂਕਣ ਕਰਕੇ ਬਾਹਰੀ ਜਿਹੜਾ ਪ੍ਰਭਾਵ ਆ ਰਿਹਾ ਉਹਦੇ 'ਚ ਕੀ ਪੋਜ਼ੀਟਿਵ ਹੈ, ਉਹਦੇ 'ਚ ਕੀ ਨੈਗੇਟਿਵ ਹੈ, ਉਹਦੀ ਪੋਜ਼ੀਟਿਵਿਟੀ ਅਤੇ ਆਪਣਾ ਜਿਹੜਾ ਹਾਂ ਪੱਖ ਹੈ ਉਸ ਨੂੰ ਮਿਲਾ ਕੇ ਇੱਕ ਡੈਮੋਕ੍ਰੇਟਿਕ ਪ੍ਰੋਗਰੈਸਿਵ ਸੱਭਿਆਚਾਰ ਵਿਕਸਿਤ ਕਰਨਾ। ਇਹ ਹੈ ਅਸਲੀ ਸਾਡਾ ਮਕਸਦ। ਜੇ ਅਸੀਂ ਉਹ ਕਰਨ 'ਚ ਕਾਮਯਾਬ ਹੋ ਜਾਂਦੇ ਹਾਂ ਅਤੇ ਫਿਰ ਅਸੀਂ ਭਾਰਤੀ ਦਾ ਵੀ ਕਰ ਲਾਂਗੇ ਆਪਣਾ ਮੁਕਾਬਲਾ, ਵਰਨਾ ਔਖਾ ਹੋ ਜਾਏ। ਇੱਕ ਤੁਸੀਂ ਜ਼ਿਕਰ ਕੀਤਾ ਹੁਣੇ ਹੀ ਜਿਹੜਾ ਬੜਾ ਇੰਪੋਰਟੈਂਟ ਮਸਲਾ ਹੈ ਵੀ ਜਦੋਂ ਚਿੰਤਨ ਦਾ ਦੌਰ ਹੈ, ਚਾਹੀਦਾ ਜਦੋਂ ਸਾਨੂੰ ਅਧਿਐਨ ਦੀ ਜ਼ਰੂਰਤ ਹੈ, ਉਦੋਂ ਅਸੀਂ ਬੌਧਿਕ ਕੰਗਾਲੀ ਵੱਲ ਵੱਧ ਰਹੇ ਹਾਂ। ਪਿਛਲੇ ਸੈਗਮੈਂਟ ਦੇ ਵਿੱਚ ਵੀ ਜਦੋਂ ਅਮਰਜੀਤ ਗਰੇਵਾਲ ਨਾਲ ਅਸੀਂ ਗੱਲ ਕਰ ਰਹੇ ਸੀ, ਉਦੋਂ ਵੀ ਇੱਦਾਂ ਦਾ ਜ਼ਿਕਰ ਆ ਰਿਹਾ ਸੀ ਅਤੇ ਉਹਨਾਂ ਨੂੰ ਵੀ ਮੈਂ ਸਵਾਲ ਪੁੱਛਿਆ, ਤੁਹਾਨੂੰ ਵੀ ਪੁੱਛਦਾ ਵੀ ਬੌਧਿਕ ਕੰਗਾਲੀ ਤੋਂ ਅੱਗੇ ਜਾ ਕੇ ਕਿਤੇ ਕਿਤੇ ਬੌਧਿਕ ਬੇਈਮਾਨੀ ਦਾ ਦੌਰ ਵੀ ਦਿਖਾਈ ਦੇ ਰਿਹਾ ਹੈ ਅਤੇ ਸਾਨੂੰ ਉਹ ਲੋਕ ਲਾਜ਼ਮੀ ਤੌਰ 'ਤੇ ਪਛਾਣਨੇ ਪੈਣਗੇ ਜਿਨ੍ਹਾਂ ਦਾ ਲਬਾਦਾ ਜਿਹੜਾ ਭਾਵੇਂ ਲੇਖਕ ਦਾ ਹੈ, ਬੁੱਧੀਜੀਵੀ ਦਾ ਹੈ, ਚਿੰਤਕ ਦਾ ਹੈ, ਪਰ ਉਹ ਬੌਧਿਕ ਬੇਈਮਾਨੀ ਇਸ ਪੱਧਰ ਤੱਕ ਕਰਦੇ ਹੈ ਕਿ ਸਤਾ ਜਿਹੜੀ ਹਕੂਮਤ ਜਿਹੜੀ ਸਾਡੇ ਸੱਭਿਆਚਾਰ ਨੂੰ ਮਾਰਨ 'ਤੇ ਤੁਲੀ ਹੋਈ ਹੈ, ਸਾਡੀ ਭਾਸ਼ਾ ਨੂੰ ਮਾਰਨ 'ਤੇ ਤੁਲੀ ਹੋਈ ਹੈ, ਵੀ ਕਿਸੇ ਨਾ ਕਿਸੇ ਰੂਪ 'ਚ ਉੱਥੇ ਜਾ ਕੇ ਉਹ ਜੁੜ ਜਾਂਦੇ ਨੇ। ਇੱਦਾਂ ਦੀ ਬੌਧਿਕ ਬੇਈਮਾਨੀ ਜਿਹੜੀ ਪੰਜਾਬ 'ਚ ਹੋ ਰਹੀ ਹੈ, ਇਹਦੇ ਬਾਰੇ ਤੁਹਾਡੀ ਕੀ ਰਾਏ? ਅਸਲ ਵਿੱਚ ਜਿਹੜਾ ਪਹਿਲਾ ਹਿੱਸਾ ਹੈ ਨਾ, ਉਹ ਦੂਜੇ ਨਾਲ ਜੁੜਿਆ ਹੋਇਆ। ਜਦੋਂ ਬੰਦੇ ਦੀ
ਬੌਧਿਕ ਕੰਗਾਲੀ ਬਣਦੀ ਹੈ ਨਾ ਬੁੱਧੀਜੀਵੀਆਂ ਦੀ, ਤੇ ਉਹਨਾਂ ਕੋ ਆਪਣੇ ਬੌਧਿਕ ਸੰਦ ਖਤਮ ਹੋ ਜਾਂਦੇ, ਉਹ ਸੋਚ ਨਹੀਂ ਸਕਦੇ। ਉਹ ਫਿਰ 2 ਨੰਬਰ ਦੇ ਜਿਹੜੇ ਤਰੀਕੇ ਆ ਨਾ ਵਧਣ ਦੇ, ਉਹ ਲੱਭਦੇ ਨੇ, ਤੇ ਉਹ ਉਹਨਾਂ ਨੂੰ ਸੱਤਾ ਦੇ ਨੇੜੇ ਲੈ ਕੇ ਜਾਂਦੇ ਨੇ। ਉਹ ਸੱਤਾ ਦੇ ਨੇੜੇ ਜਾਂਦੇ ਨੇ, ਔਰ ਸੱਤਾ ਜਿਹੜੀ ਹੈਗੀ ਆ ਉਹਨਾਂ ਦੇ ਹੱਥ ਠੋਕੇ ਜਦੋਂ ਬਣਦੇ, ਉਹਨਾਂ ਦੀ ਲੋੜ ਹੈ ਇਹੋ ਜਿਹੇ ਬੰਦਿਆਂ ਨੂੰ ਉਹਨਾਂ ਬੌਧਿਕ ਤੰਤਰ ਦੇ ਨਾਲ ਲੜਨ ਦੀ, ਜਿਹੜੇ ਕਿ ਸੱਤਾ ਦੇ ਖਿਲਾਫ ਨੇ, ਤੇ ਉਹ ਉਹਨਾਂ ਨੂੰ ਹਥਿਆਰ ਵਾਂਗੂ ਵਰਤਦੇ ਨੇ। ਲੇਕਿਨ ਜਿਹੜੀ ਗੱਲ ਸਮਝ ਲੈਣੀ ਚਾਹੀਦੀ ਹੈ, ਸੱਤਾ ਨਾਲ ਜਿੰਨੇ ਮਰਜ਼ੀ ਜਾ ਕੇ ਲੋਕ ਜੁੜ ਜਾਣ, ਇਸ ਦੇ ਬਾਵਜੂਦ ਜੇ ਤੁਸੀਂ ਪਿਛਲੇ 4 ਸਾਲ ਦਾ ਇਤਿਹਾਸ ਦੇਖਿਆ ਹਿੰਦੁਸਤਾਨ ਦਾ, ਤੇ ਯੂਨੀਵਰਸਿਟੀਆਂ ਦੇ ਵਿੱਚ ਸੱਤਾ ਦੇ ਨਾਲ ਵਾਲੇ ਵੀ ਬੰਦੇ ਨੇ, ਉਹਦੇ ਵਿਰੋਧ ਵਾਲੇ ਵੀ ਬੰਦੇ ਨੇ। ਉਹ ਸਿਰਫ ਉਹਨਾਂ ਨਾਲ ਲੜੇ ਹੀ ਨਹੀਂ ਹੈ, ਉਹ ਜਿੱਤ ਵੀ ਰਹੇ ਨੇ। ਅਤੇ ਉਹਨਾਂ ਦਾ ਇਕੱਠੇ ਹੋਣਾ ਅੱਜ ਦੇ ਹਾਲਾਤ ਦੇ ਵਿੱਚ ਬਹੁਤ ਜ਼ਰੂਰੀ ਹੈ। ਇਹ ਜਿਹੜੀ ਇਹ ਸੋ ਕਾਲਡ ਬੇਈਮਾਨ ਜਿਹੜੇ ਆ, ਇਹਨਾਂ ਦਾ ਟੱਕਰਾ ਵੀ ਇੱਦਾਂ ਹੀ ਹੋਣਾ, ਹੋਰ ਕੋਈ ਰਾਹ ਨਹੀਂ। ਇੱਕ ਸਿਰਫ ਆਖਰੀ ਸਵਾਲ, ਕਿਉਂਕਿ ਸਮਾਂ ਸਾਡੇ ਕੋਲ ਵੀ ਹੁਣ ਲਗਭਗ ਸਮਾਪਤੀ ਹੈ, ਵੀ ਇਹ ਸਾਰੇ ਮਸਲੇ ਜਦੋਂ ਅਸੀਂ ਸੱਭਿਆਚਾਰ ਦੀ ਵੀ ਗੱਲ ਕਰਦੇ ਹਾਂ, ਸੱਭਿਆਚਾਰ ਦੇ ਨਾਲ ਭਾਸ਼ਾ ਵੀ ਜੁੜਦੀ ਹੈ, ਸੱਭਿਆਚਾਰ ਦੇ ਵਿੱਚ ਹੀ ਸਾਡੀ ਖੇਤੀ ਸੱਭਿਆਚਾਰ ਵੀ ਆ ਜਾਂਦਾ ਹੈ, ਸਾਰਾ ਕੁਝ ਹੀ ਆਉਂਦਾ ਸੱਭਿਆਚਾਰ ਦੇ ਵਿੱਚ। ਇਹ ਸੰਕਟ ਹਰ ਖੇਤਰ 'ਚ ਜਿਹੜਾ ਅਸੀਂ ਦੇਖ ਰਹੇ ਹਾਂ, ਜਿਹਦੇ ਅਸਰ ਸਾਡੇ 2 ਬੁਨਿਆਦੀ ਜਿਹੜੇ ਖੇਤਰ ਹੈਗੇ ਆ, ਐਜੂਕੇਸ਼ਨ ਅਤੇ ਹੈਲਥ, ਉਹਦੇ 'ਤੇ ਵੀ ਬਹੁਤ ਬੁਰੇ ਪੈ ਰਹੇ ਆ। ਇਹਨਾਂ ਸਾਰਿਆਂ ਦੀ ਜ਼ਿੰਮੇਵਾਰੀ ਅਸੀਂ ਕਿਹਦੀ ਤੈਅ ਕਰੀਏ? ਕੌਣ ਜ਼ਿੰਮੇਵਾਰ ਹੈ ਇਹਨਾਂ ਸਾਰਿਆਂ ਲਈ? ਅਤੇ ਇਹਦੇ 'ਚੋਂ ਪਾਰ ਜਾਣ ਦਾ, ਇਹਦੇ 'ਚੋਂ ਬਾਹਰ ਨਿਕਲਣ ਦਾ ਰਸਤਾ ਕੀ ਹੈ? ਆਖਰ 'ਚ ਸਾਨੂੰ ਇਹੀ ਸਵਾਲ ਹੈ। ਦੇਖੋ, ਇਹਦਾ ਜਿਹੜਾ ਸਾਰੇ ਕਾਰਨ ਅਤੇ ਜ਼ਿੰਮੇਵਾਰ ਤਾਂ ਜਿਹੜੇ ਹੈਗੇ ਆ ਨਾ, ਉਹ ਕਾਰਪੋਰੇਟਾਈਜੇਸ਼ਨ ਹੈ, ਜਿਹੜਾ ਜਿਹਨੂੰ ਅਸੀਂ ਪੋਸਟ ਮਾਡਰਨਿਜ਼ਮ ਕਹਿੰਦੇ ਹਾਂ, ਉਹ ਹੈ, ਜਾਂ ਜਿਹਨੂੰ ਅਸੀਂ ਨਵ ਬਸਤੀਵਾਦ ਕਹਿੰਦੇ ਹਾਂ, ਉਹ ਹੈ। ਇਹਦਾ ਜੜ੍ਹਾਂ ਦੇ ਵਿੱਚ ਉਹ ਬੈਠਾ ਹੈ। ਲੇਕਿਨ ਤੁਸੀਂ ਜੇ ਨੋਟ ਕੀਤਾ ਹੋਏ ਇਹਨਾਂ ਦਿਨਾਂ 'ਚ ਕਿ ਜਿਹੜਾ ਇਹੋ ਜਿਹਾ ਵਿਕਾਸ ਹੁੰਦਾ ਨਾ, ਉਹ ਇੱਕ ਲੈਵਲ 'ਤੇ ਜਾ ਕੇ ਉਹਦੇ ਖਿਲਾਫ ਹੀ ਭੁਗਤ ਜਾਂਦਾ। ਉਹਦੇ ਜਦੋਂ ਭੁਗਤਦਾ ਤਾਂ ਫਿਰ ਅਮਰੀਕਾ ਜਿਹੜਾ ਹੈਗਾ ਬਾਹਰ ਦੀਆਂ ਚੀਜ਼ਾਂ 'ਤੇ ਉਹ ਪਾਬੰਦੀਆਂ ਵੀ ਲਾਉਂਦਾ। ਤਾਂ ਪਾਬੰਦੀਆਂ ਲਾਉਣ ਦਾ ਮਤਲਬ ਹੈ ਕਿ ਅਖੀਰ 'ਤੇ ਤੁਹਾਨੂੰ ਆਪਣਾ ਜਿਹੜਾ ਕਲਚਰ ਹੈ, ਆਪਣਾ ਦੇਸ਼ ਹੈ, ਉਹਦੇ 'ਤੇ ਡਿਪੈਂਡ ਕਰਨਾ, ਉਸ ਨੂੰ ਬਚਾਉਣਾ ਪੈਣਾ, ਉਹਦੀਆਂ ਕਦਰਾਂ ਕੀਮਤਾਂ ਨੂੰ ਬਚਾਉਣਾ ਪੈਣਾ, ਉਹਦੀ ਇਕੋਨਮੀ ਨੂੰ ਬਚਾਉਣਾ ਪੈਣਾ, ਉਹਦੇ ਸਾਰੇ ਪੱਖ ਸੱਭਿਆਚਾਰ ਦੇ ਉਹਨੂੰ ਬਚਾਉਣਾ ਪੈਣਾ। ਉਹਨੂੰ ਬਚਾਵਾਂਗੇ, ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ, ਉਹਦੀਆਂ ਕਦਰਾਂ ਕੀਮਤਾਂ ਹਾਂ ਪੱਖੀ ਜਿਹੜੀਆਂ ਬਾਹਰਲਿਆਂ ਨਾਲ ਜੋੜਾਂਗੇ, ਅਤੇ ਇਹਨਾਂ ਨਾਲ ਫਿਰ ਲੜਾਈ ਹੋ ਸਕਦੀ ਹੈ, ਹੋਰ ਕੋਈ ਰਾਹ ਨਹੀਂ। ਜਾਣੀ ਤੁਹਾਡੇ ਕਹਿਣ ਦਾ ਇੱਕ ਸਤਰੀ ਭਾਵ ਇਹ ਹੈ ਕਿ ਸਾਨੂੰ ਆਪਣੀ ਜਿੱਤ ਤੱਕ ਪਹੁੰਚਣ ਲਈ ਸਾਨੂੰ ਸਾਡੇ ਆਪਣੇ ਮਾਡਲ ਚਾਹੀਦੇ ਹੈ ਜੀ, ਅਤੇ ਆਪਣੇ ਮਾਡਲ ਲੈ ਕੇ ਕੰਮ ਕਰਾਂਗੇ, ਹਰ ਖੇਤਰ ਦੇ ਵਿੱਚ ਹੀ ਜ਼ਿਆਦਾ ਬਿਹਤਰ ਹੋ ਸਕੇਗਾ। ਡਾਕਟਰ ਕਰਮਜੀਤ ਜੀ, ਤੁਸੀਂ ਅੱਜ ਸਾਨੂੰ ਵਕਤ ਦਿੱਤਾ। ਪੰਜਾਬੀ ਰੇਡੀਓ USA ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਫਿਰ ਕਦੇ ਗੱਲ ਕਰਾਂਗੇ, ਕੁਝ ਹੋਰ ਖੁੱਲ੍ਹੀਆਂ ਗੱਲਾਂ ਕਰਾਂਗੇ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਇਹਦੇ ਨਾਲ ਹੀ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦੋਸਾਂਝ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਅਗਲੇ ਹਫ਼ਤੇ ਇਸੇ ਵਕਤ ਫਿਰ ਮਿਲਾਂਗੇ ਸਾਂਝੀ ਸੱਥ ਦੇ ਵਿੱਚ। ਬਹੁਤ ਬਹੁਤ ਸ਼ੁਭ ਸ਼ਾਮਾਂ।